ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਅਸੀਂ ਇਸ ਗੁਰਮਤਿ ਕਲਾਸ ਵਿੱਚ ਰੋਜ਼ ਜੁੜ ਕੇ ਧਰਤੀ ਦੀਆਂ ਬਾਤਾਂ, ਉਸ ਮਾਲਕ ਦੀ ਦਰ ਦੀ ਸਿਫਤ ਸਲਾਹ ਵਡਿਆਈ, ਜੀਵਨ ਦੀ ਜਾਂਚ, ਜੀਵਨ ਦੀ ਮਰਿਆਦਾ, ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਮੱਤ ਔਰ ਪੰਥ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਵਿਚਾਰ ਕਰ ਰਹੇ ਹਾਂ। ਪਿਛਲੇ ਹਫ਼ਤੇ ਅਸੀਂ ਸ਼ਖਸੀ ਰਹਿਣੀ ਦਾ ਤੀਜਾ ਤੇ ਅੰਤਮ ਸੰਸਕਾਰ, ਮ੍ਰਿਤਕ ਸੰਸਕਾਰ, ਉਹਦੀ ਵਿਚਾਰ ਆਰੰਭ ਕੀਤੀ ਸੀ, ਜਿਹਦੇ ਵਿੱਚ ਅਸੀਂ ਉਹਦੀਆਂ ਪਹਿਲੀਆਂ 4 ਮੱਤ ਜਿਹੜੀਆਂ ਸੀ ਉਹਦੀਆਂ ਵਿਚਾਰ ਕਰ ਚੁੱਕੇ ਸੀ। ਇੱਕ ਵਾਰੀ ਦੁਹਰਾ ਲਈਏ, ਇਹਦੀ ਵਿਚਾਰ ਅਸੀਂ ਵਿਆਖਿਆ ਸਾਹਿਤ ਪਹਿਲਾਂ ਕਰ ਚੁੱਕੇ ਹਾਂ। ਪ੍ਰਾਣੀ ਨੂੰ ਮਰਨ ਵੇਲੇ ਜੇ ਮੰਜੇ ਤੇ ਹੋਵੇ ਤਾਂ ਹੇਠਾਂ ਨਹੀਂ ਉਤਾਰਨਾ। ਕਾਰਨ ਸਪਸ਼ਟ ਉਦੋਂ ਪਿਛਲੇ ਹਫ਼ਤੇ ਵਿਚਾਰ ਲਿਆ ਸੀ ਵੀ ਸਨਾਤਨੀ ਮੱਤ ਅਨੁਸਾਰ ਪਤਾਲ ਤੇ ਆਕਾਸ਼ ਤੇ ਵਿਚਲੀ ਜਗ੍ਹਾ ਦੇ ਵਿੱਚ ਭੂਤ ਪ੍ਰੇਤ ਫਿਰਦੇ ਹਨ। ਜਿਹੜਾ ਪ੍ਰਾਣੀ ਮੰਜੇ ਤੇ ਮਰ ਜਾਏ ਉਹ ਭੂਤ ਪ੍ਰੇਤ ਚੰਬੜ ਜਾਂਦੇ ਨੇ। ਉਹਦੀ ਫਿਰ ਗਤੀ ਕਰਾਉਣ ਦੇ ਲਈ ਵੀ ਹੋਵੇ ਜਾਂ ਗਿਆ ਜਾਣਾ ਪੈਂਦਾ। ਉੱਥੇ ਬ੍ਰਾਹਮਣ ਨੂੰ ਦਕਸ਼ਨਾ ਦਾਨ ਦੇਣਾ ਪੈਂਦਾ, ਮੋਟਾ ਖਰਚਾ ਸੋਨਾ ਤੱਕ ਦਾਨ ਦੇਣਾ ਪੈਂਦਾ। ਇਹ ਸਿੱਖੀ ਸਿਧਾਂਤ ਕਿਉਂਕਿ ਨਜ਼ਾਰਾਪਣ ਹੈ। ਗੁਰੂ ਸਾਹਿਬ ਜੀ ਨੇ ਨਾ ਹਿੰਦੂ ਨਾ ਮੁਸਲਮਾਨ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਨੇ ਕਿਹਾ ਸਾਡਾ ਝਗੜਾ ਹੀ ਕੋਈ ਨਹੀਂ, ਮੈਂ ਪੰਡਤ ਮੁੱਲਾ ਦੋਨੇ ਹੀ ਛੱਡ ਦਿੱਤੇ ਨੇ। ਇਸ ਝਗੜੇ ਚੋਂ ਅਸੀਂ ਬਾਹਰ ਹੋ ਗਏ। ਇੱਕ ਮਰਿਆਦਾ ਨਿਵੇਕਲੀ ਪੰਥ ਨੇ ਉਸੇ ਮੁਤਾਬਕ ਬਣਾਈ, ਜਿਹਦੇ ਸਪਸ਼ਟ ਲਿਖ ਦਿੱਤਾ ਪ੍ਰਾਣੀ ਨੂੰ ਮਰਨ ਵੇਲੇ ਜੇ ਮੰਜੇ ਤੇ ਹੋਵੇ ਤਾਂ ਹੇਠਾਂ ਨਹੀਂ ਉਤਾਰਨਾ। ਦੀਵਾ ਵੱਟੀ, ਹੱਥ ਦੇ ਉੱਤੇ ਦੀਵੇ ਬਾਲਣੇ, ਗਊ ਮਨਸਾਉਣਾ, ਵੀ ਗਊ ਨੂੰ ਬ੍ਰਾਹਮਣ ਨੂੰ ਦੇਣਾ ਉਹਦੇ ਹੱਥ ਲਵਾ ਕੇ, ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ। ਪ੍ਰਾਣੀ ਦੇ ਦੇਹ ਤਿਆਗਣ ਤੇ ਧਾਰ ਨਹੀਂ ਮਾਰਨੀ। ਕੋਠੇ ਤੇ ਚੜ੍ਹ ਕੇ ਉੱਤੇ ਜ਼ੋਰ ਦੀ ਸਾਰੇ ਆਸ-ਪਾਸ ਨੂੰ ਸੁਣਾਉਣਾ ਵੀ ਕਿਸੇ ਘਰ ਵਿੱਚ ਕੋਈ ਚਲਾਣਾ ਕਰ ਗਿਆ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ। ਕਿਰਾਏ ਤੇ ਲਿਆ ਕੇ ਜਾਂ ਘਰਦਿਆਂ ਵੱਲੋਂ ਇਹ ਕਾਰਜ ਨਹੀਂ ਕਰ ਰਹੇ। ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਹੀ ਚੰਗਾ ਹੈ। ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਵੀ ਸੰਸਕਾਰਨਾ ਚਾਹੀਏ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਸੰਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ। ਅੱਜ ਇਸ ਤੋਂ ਅੱਗੇ ਵਿਚਾਰ ਜਿਹੜੀ ਹੈ ਉਹ ਅਸੀਂ ਆਰੰਭ ਕਰਾਂਗੇ। ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਵਸਤਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ। ਫਿਰ ਤਖਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਰੱਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ। ਨਾਲ ਵਿਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ। ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁਝ ਵਿੱਚ ਤੇ ਬਹਿ ਕੇ ਕੀਰਤਨ ਜਾਂ ਵਿਰਾਗਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ ਤਾਂ ਕਪਾਲ ਕਿਰਿਆ ਆਦਿ ਕਰਨਾ ਮਨਮਤ ਹੈ।
ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸਾਂ ਸੋਚ ਕੇ ਸੰਗਤ ਮੁੜ ਆਵੇ। ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪੁਰਾਣੀ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਤੇ ਨਾਨਕ ਸਾਹਿਬ 6 ਪੌੜੀਆਂ ਪੜ੍ਹੀਆਂ ਜਾਣ। ਪਾਠ ਕਰਕੇ ਨਾਨਕ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸਾ 10ਵੇਂ ਦਿਨ ਹੋਵੇ। ਜੇ 10ਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੋਗ ਨੂੰ ਰੱਖ ਕੇ ਨਿਯਤ ਕੀਤਾ ਜਾਵੇ। ਇਸ ਪਾਠ ਦੇ ਕਰਮ ਵਿੱਚ ਘਰ ਵਾਲੇ ਤੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ। ਦੁਸਹਿਰੇ ਤੋਂ ਪਿੱਛੇ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹੀ। ਤਾਂ ਇਹ ਲੰਬਾ ਪਹਿਰਾ ਹੈ, ਇਹਨੂੰ ਵਿਚਾਰਨ ਦੀ ਵੀ ਲੋੜ ਹੈ। ਜਿੱਥੇ ਲਿਖਿਆ ਗਿਆ ਹੈ ਦੇ ਵਿੱਚ ਜੋ ਪੁਰਾਤਨ ਐਡੀਸ਼ਨ ਮਿਲਦੇ ਸਨ ਉਹਦੇ 'ਚ ਕੀਰਤਨ ਸ਼ਬਦ ਨਹੀਂ ਸੀ ਮਿਲਦੇ। ਉੱਥੇ ਸੋਹਿਲੇ ਦਾ ਪਾਠ ਕਰਨ ਦੀ ਲਿਖਿਆ ਗਿਆ ਸੀ, ਪਰ ਸ਼ਦਰਾ ਬਦਲੀ ਕਦੋਂ ਹੋਈ ਹੈ ਇਹਦੇ ਬਾਰੇ ਅਜੇ ਕੋਈ ਸਾਨੂੰ ਰੈਕਡ ਨਹੀਂ ਮਿਲੀ। ਖੈਰ, ਜੋ ਵੀ ਹੁਣ ਲਿਖਿਆ ਹੋਇਆ ਸਾਡੇ ਕੋਲ ਮੌਜੂਦ ਹੈ। ਵਿਰਾਗਮਈ ਪਹਿਲਾ ਹੈ, ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਵਸਤਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ। ਇਸ ਪਹਿਰੇ ਤੋਂ ਇਸ ਮੱਧ ਦੇ 2 ਪਹਿਰੇ ਬਣਦੇ ਹਨ। ਇੱਕ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕਰਨ ਦੀ ਵਿਧੀ ਤੇ ਦੂਸਰਾ ਸੰਸਕਾਰ ਤੋਂ ਬਾਅਦ ਦੀ ਕਿਰਿਆਕਰਮ ਕੀ ਰਸਮ ਹੈ। 2 ਪਹਿਰੇ ਬਣਦੇ ਹਨ ਜੋ ਇਹਦੇ ਵਿੱਚ ਦਰਸਾਏ ਗਏ ਹਨ। ਤਾਂ ਪਹਿਲੀ ਮੱਧ ਜਿਹੜੀ ਹੈ ਉਹ ਹੈ ਕਕਾਰ ਜੁਦਾ ਨਾ ਕਰਨੇ। ਸੰਸਕਾਰਨ ਤੋਂ ਪਹਿਲਾਂ ਮ੍ਰਿਤਕ ਪ੍ਰਾਣੀ ਨੂੰ ਇਸ਼ਨਾਨ ਕਰਾ ਕੇ ਸਾਫ ਸੁਥਰੇ ਕੱਪੜੇ ਪਾਏ ਜਾਣ। ਇੱਥੇ ਨਵੇਂ ਪਾਉਣੇ ਜ਼ਰੂਰੀ ਨਹੀਂ। ਆਮ ਤੌਰ ਦੇ ਉੱਤੇ ਅਸੀਂ ਉਸ ਵੇਲੇ ਭੱਜਦੇ ਹਾਂ, ਨਵੇਂ ਕੱਪੜੇ ਸਵਾ ਕੇ ਲਿਆਉਂਦੇ ਹਾਂ। ਕਾਰਨ ਇਹ ਹੁੰਦਾ ਹੈ ਕਿ ਪੁਰਾਣੇ ਜਿਹੜੇ ਕੱਪੜੇ ਘਰ 'ਚ ਸੀਤੇ ਹੋਏ ਹੁੰਦੇ ਆ ਉਹ ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ, ਸਰੀਰ ਥੋੜਾ ਜਿਹਾ ਆਕੜਦਾ ਤੇ ਉਹ ਲੰਘਦੇ ਨਹੀਂ। ਫਿਰ ਜਿਹੜੇ ਨਵੇਂ ਕੱਪੜੇ ਹੁੰਦੇ ਜਾਂ ਸਵਾ ਕੇ ਲਿਆਉਂਦੇ ਖੁੱਲੇ ਜੇ, ਬਾਹਾਂ ਵੀ ਨਹੀਂ ਸੀਤੀਆਂ ਹੁੰਦੀਆਂ, ਉਸੇ ਤਰ੍ਹਾਂ ਹੀ ਅਸੀਂ ਲਗਾ ਦਿੰਦੇ ਹਾਂ ਤਾਂ ਕਿ ਉਹ ਸੌਖਾ ਪਾਉਣ ਵੀ ਸੌਖੇ ਹੋ ਜਾਣ। ਅਦਰਵਾਈਜ਼ ਕੋਈ ਵਹਿਮ ਭਰਮ ਨਹੀਂ ਹੈ। ਜੇ ਘਰ ਵਿੱਚ ਵੀ ਸੀਤੇ ਹੋਏ ਕੱਪੜੇ ਪੂਰੇ ਆਉਂਦੇ ਹੋਣ ਤਾਂ ਉਹ ਪਾਉਣ ਤੋਂ ਸੰਕੋਚ ਨਹੀਂ ਕਰਨਾ। ਨਵੇਂ ਕੱਪੜੇ ਜ਼ਰੂਰੀ ਨਹੀਂ ਹਨ। ਜਿਹੜੇ ਰਹਿਤਵਾਨ ਸਿੰਘ ਸਿੰਘਣੀ ਹਨ ਉਹਨਾਂ ਦੇ ਕਕਾਰ, ਸ਼ਹਿਰਾ, ਕੜਾ, ਕੰਘਾ ਤੇ ਕਿਰਪਾਨ ਸਰੀਰ ਤੋਂ ਜੁਦਾ ਨਹੀਂ ਹੋਣੇ ਚਾਹੀਦੇ, ਜੁਦਾ ਨਹੀਂ ਕਰਨੇ ਚਾਹੀਦੇ। ਕਿਉਂ ਨਹੀਂ ਕਰਨੇ ਚਾਹੀਦੇ? ਕਿਉਂਕਿ ਸਾਰੀ ਜ਼ਿੰਦਗੀ ਉਹਨੇ ਜੇ ਅੰਮ੍ਰਿਤ ਪਾਨ ਕਰਕੇ ਕਕਾਰਾਂ ਦੀ ਰਹਿਤ ਰੱਖੀ ਹੈ ਤੇ ਪੰਥ ਨੇ ਮਰਿਆਦਾ ਬਣਾਈ ਹੈ ਕਿ ਇਹ ਫਿਰ ਆਖਰੀ ਸਮੇਂ ਵੀ ਨਾਲ ਹੀ ਸੰਸਕਾਰ ਕਰ ਦੇਣੇ ਚਾਹੀਦੇ ਹਨ। ਜਾਣਾ ਨਾਲ ਕੁਛ ਨਹੀਂ, ਨਾ ਕਕਾਰ ਨਾਲ ਜਾਣੇ ਨੇ, ਨਾ ਹੀ ਉਹ ਸਰੀਰ ਜਾਣਾ ਜਿਹਦੇ ਤੇ ਕਕਾਰ ਪਾਏ ਹੋਏ ਉਹ ਵੀ ਸੜ ਕੇ ਸੁਆਹ ਹੋ ਜਾਣਾ। ਇਹ ਕੇਵਲ ਇੱਕ ਮਰਿਆਦਾ ਹੈ, ਪੰਥ ਵੱਲੋਂ ਬਣਾਈ ਹੋਈ ਪਰੰਪਰਾ ਹੈ ਜਿਹਦੇ ਮੁਤਾਬਕ ਇਹ ਹਦਾਇਤ ਕੀਤੀ ਗਈ ਹੈ ਵੀ ਇਹ ਕਕਾਰ ਜੁਦਾ ਨਹੀਂ ਕਰ। ਫਿਰ ਤਖਤੇ ਜਾਂ ਸੰਦੂਕ ਵਿੱਚ ਪਾ ਕੇ ਚਲਾਣੇ ਦਾ ਅਰਦਾਸਾ ਸੁਣਿਆ ਜਾਵੇ। ਇੱਥੇ ਇੱਕ ਗੱਲ ਖਿਆਲ ਰੱਖਣੀ ਹੈ, ਕਈ ਭਾਈ ਗ੍ਰੰਥੀ ਸਿੰਘ ਜੀ ਜਾਂ ਪਰਿਵਾਰ ਵਾਲੇ ਇੱਕ ਜਿੱਦ ਕਰਦੇ ਹਨ ਕਿ ਇਹਦੇ ਪੈਰਾਂ ਵਾਲੇ ਪਾਸੇ ਖੜੇ ਹੋ ਕੇ ਅਰਦਾਸ ਕਰੋ ਜਾਂ ਸਿਰ ਵਾਲੇ ਪਾਸੇ ਖੜੇ ਹੋ ਕੇ ਅਰਦਾਸ ਕਰੋ। ਇਹ ਕੋਈ ਭਰਮ ਨਹੀਂ ਹੈ। ਅਰਦਾਸ ਕਰਨੀ ਹੈ ਜਿੱਧਰ ਮਰਜ਼ੀ ਮੂੰਹ ਕਰਕੇ ਅਰਦਾਸ ਕੀਤੀ ਜਾ ਸਕਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਜਿਸ ਪਾਸੇ ਮਰਜ਼ੀ ਮੂੰਹ ਕਰਕੇ ਅਰਦਾਸ ਕਰੋ ਉਹ ਪ੍ਰਵਾਨ ਹੈ। ਫਿਰ ਇਹ ਅਰਦਾਸ ਪ੍ਰਾਣੀ ਦੇ ਕੋਈ ਪੈਰਾਂ ਤੇ ਕੋਈ ਪ੍ਰਾਣੀ ਨੂੰ ਅਰਦਾਸ ਨਹੀਂ ਸੁਣਾਈ ਜਾਂਦੀ। ਅਰਦਾਸ ਤਾਂ ਗੁਰੂ ਅੱਗੇ ਪ੍ਰਮਾਤਮਾ ਅੱਗੇ ਕਰਨੀ ਹੁੰਦੀ ਹੈ, ਜਿਹਦੇ ਵਿੱਚ ਮਰੇ ਹੋਏ ਪ੍ਰਾਣੀ ਦੇ ਜਿਹੜੇ ਪਰਿਵਾਰ ਹੈ ਉਹਨੂੰ ਭਾਣਾ ਮੰਨਣ ਦੀ ਸ਼ਕਤੀ, ਜੋ ਰਜ਼ਾ ਵਿੱਚ ਚੱਲਣ ਦੀ ਤਾਕਤ, ਉਹਦੇ ਲਈ ਅਰਦਾਸ ਕੀਤੀ ਜਾਂਦੀ ਹੈ। ਔਰ ਜਿਹੜੇ ਪ੍ਰਾਣੀ ਨੇ ਚਲਾਣਾ ਕੀਤਾ, ਜੀਵਨ 'ਚ ਹੋਈਆਂ ਗਲਤੀਆਂ ਲਈ ਅਸੀਂ ਖਿਮਾ ਦੀ ਜਾਚਨਾ ਕਰਦੇ ਹਾਂ। ਚਰਨਾਂ 'ਚ ਨਿਵਾਸ ਬਖਸ਼ਣਾ ਜਾਂ ਨਹੀਂ ਬਖਸ਼ਣਾ ਇਹ ਪ੍ਰਮਾਤਮਾ ਦੀ ਆਪਣੀ ਖੇਡ ਹੈ, ਆਪਣੀ ਮੌਜ ਹੈ। ਸਾਡੇ 'ਚ ਕਿਸੇ ਨੂੰ ਵੀ ਅਜੇ ਜੱਜਮੈਂਟ ਦੀ ਕੁਰਸੀ ਤੇ ਜੱਜ ਨਹੀਂ ਬੈਠੇ ਅਸੀਂ ਕਿ ਅਸੀਂ ਨਿਰਣਾ ਕਰ ਦਈਏ ਫਲਾਣਾ ਗੁਰਮੁਖ ਸੀ ਜਾਂ ਫਲਾਣਾ ਮਨਮੁਖ ਹੈ। ਅਸੀਂ ਕਈ ਵਾਰੀ ਲਫ਼ਜ਼ ਵਰਤ ਦਿੰਦੇ ਹਾਂ। ਆਮ ਤੌਰ ਤੇ ਗੁਰਮੁਖ ਜਨ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਬਿੜ ਮੱਲਿਆ। ਇਹ ਮੈਂ ਫਿਰ ਬੇਨਤੀ ਕਰਦੇ ਹਾਂ ਕਿ ਗੁਰਮੁਖ ਦੀ ਪਦਵੀ
ਜਾਂ ਮਨਮੁਖ ਦੀ ਇਹ ਗੁਰੂ ਜਾਣਦਾ ਹੈ। ਮਨੁੱਖ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਦੂਜੇ ਦਾ ਨਿਰਣਾ ਕਰੇ। ਇੱਥੇ ਤਾਂ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦਿੱਤੀ ਗੱਲ ਜਿਹੜੀ ਸਮਝਾਈ ਗਈ ਹੈ। ਇੱਥੇ ਬੰਦੇ ਖੋਜ ਦਿਲ ਹਰ ਰੋਜ਼ ਦੀ ਗੱਲ ਕੀਤੀ ਗਈ ਹੈ, ਨਾ ਕਿ ਕਿਸੇ ਦੇ ਗੁਰਮੁਖ ਜਾਂ ਮਨਮੁਖ ਦੀ ਡਿਗਰੀ ਦੇਣ ਦੀ ਗੱਲ ਕੀਤੀ ਗਈ ਹੈ। ਤਾਂ ਸਾਡਾ ਇਹ ਹੱਕ ਨਹੀਂ ਬਣਦਾ ਵੀ ਅਸੀਂ ਅਰਦਾਸਾਂ ਕਰਨ ਲੱਗੇ ਕਿਸੇ ਨੂੰ ਗੁਰਮੁਖ ਕਹਿ ਦਈਏ, ਕਿਸੇ ਨੂੰ ਆਮ ਮਨਮੁਖ ਤਾਂ ਕਹਿੰਦਾ ਹੀ ਨਹੀਂ, ਮਨਮੁਖ ਹੋਵੇ ਤਾਂ ਵੀ ਨਹੀਂ ਕੋਈ ਮਨਮੁਖ ਕਹਿੰਦਾ, ਉਹਨੂੰ ਵੀ ਗੁਰਮੁਖ ਕਿਹਾ ਜਾਂਦਾ। ਝੂਠ ਦਾ ਭਾਰ ਅਸੀਂ ਆਪਣੇ ਸਿਰ ਦੇ ਉੱਤੇ ਚੁੱਕ ਲੈਂਦੇ ਹਾਂ। ਇਸ ਵਾਸਤੇ ਲਫ਼ਜ਼ ਸ਼ਬਦਾਵਲੀ ਵਰਤਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਇਹੋ ਹੀ ਅਰਦਾਸ ਹੋਣੀ ਚਾਹੀਦੀ ਹੈ, ਵਾਹਿਗੁਰੂ ਜੀ ਜੀਵਨ ਯਾਤਰਾ ਕਰਦਿਆਂ ਹੋਈਆਂ ਭੁੱਲਾਂ ਬਖਸ਼ੋ, ਪਰਿਵਾਰ ਨੂੰ ਆਪਣੀ ਰਜ਼ਾ ਅੰਦਰ ਰਾਜ਼ੀ ਰਹਿਣ ਦਾ ਬਲ ਬਖਸ਼ੋ। ਅਸਲ ਅਰਦਾਸ ਸਾਡੀ ਇਹੋ ਹੀ ਹੈ ਜੋ ਅਸੀਂ ਕਰਨੀ ਹੈ। ਤੋ ਇੱਥੇ ਲਿਖਿਆ ਹੋਇਆ ਅਰਦਾਸ ਉਪਰੰਤ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ। ਪਰ ਜੇ ਕਿਤੇ ਦੂਰ ਹੋਵੇ ਤਾਂ ਫਿਰ ਐਂਬੂਲੈਂਸ, ਮੋਟਰਾਂ, ਕਾਰਾਂ ਜਾਂ ਇਹ ਕਹਿ ਲਈਏ ਵੀ ਜੋ ਵੀ ਉਪਲਬਧ ਸਾਧਨ ਹੋਣ, ਕੋਈ ਵੀ ਸਵਾਰੀ ਹੋਵੇ, ਉਹਦੀ ਵਰਤੋਂ ਤੇ ਕੋਈ ਮਨਾਹੀ ਨਹੀਂ, ਕਿਤੇ ਮਨਾਹੀ ਨਹੀਂ ਕੀਤੀ ਗਈ ਵੀ ਤੁਸੀਂ ਪੈਦਲ ਹੀ ਜਾਣਾ ਜਾਂ ਨਹੀਂ ਜਾਣਾ। ਇੱਥੇ ਖਿਆਲ ਰੱਖਣਾ ਇਸੇ ਗੱਲ ਦਾ ਹੀ ਹੈ ਕਿ ਅਸੀਂ ਰਸਤੇ ਵਿੱਚ ਵੀ ਕੋਈ ਐਸਾ ਕਰਮ ਨਹੀਂ ਕਰਨਾ। ਆਮ ਤੌਰ ਤੇ ਅੱਧ ਵਾਟਾ ਕਰਦੇ ਹਨ। ਅੱਗੇ ਜਾ ਕੇ ਵਿੱਚ ਆਏਗਾ ਜ਼ਿਕਰ ਵੀ ਰਸਤੇ 'ਚ ਜਾ ਕੇ ਘੜਾ ਭੰਨਣਾ, ਅੱਧ ਵਾਟਾ ਕਰਨਾ, ਉਹ ਮੈਂ ਬਾਅਦ 'ਚ ਵਿਚਾਰ ਕਰਦਾ ਜਦੋਂ ਉਹ ਲਫ਼ਜ਼ ਆਉਣਗੇ। ਉਹ ਕੋਈ ਕਿਰਿਆ ਕਰਮ ਜਿਹੜਾ ਨਹੀਂ ਕਰਨਾ। ਕੁਝ ਪ੍ਰੇਮੀ ਇਹੋ ਜਿਹੇ ਵੀ ਹਨ, ਪਰਿਵਾਰ ਇਹੋ ਜਿਹੇ ਵੀ ਹਨ ਜਿਹੜੇ ਮ੍ਰਿਤਕ ਸਰੀਰ ਨੂੰ ਮੱਥਾ ਟਿਕਾਉਣ ਲਈ ਸਪੈਸ਼ਲ ਗੁਰਦੁਆਰੇ ਲੈ ਜਾਂਦੇ। ਗੁਰਦੁਆਰੇ ਵੱਲੋਂ ਮ੍ਰਿਤਕ ਨੂੰ ਸਰੂਪੇ ਦੀ ਬਖਸ਼ਿਸ਼ ਵੀ ਕਰ ਦਿੱਤੀ ਜਾਂਦੀ ਹੈ। ਜਿਉਂਦੇ ਜੀ ਭਾਵੇਂ ਸਾਰੀ ਉਮਰ ਗੁਰਦੁਆਰੇ ਵੜਿਆ ਨਾ ਹੋਵੇ ਤੇ ਮਰੇ ਨੂੰ ਸਰੂਪਾ ਦੇ ਦਿੱਤਾ ਜਾਂਦਾ। ਇਹ ਸਰੂਪੇ ਦੀ ਨਰਾਦਰੀ ਹੈ, ਇਹ ਸਿਰੋਂ ਪਾਓ ਦੀ ਭੂਰ ਨਰਾਦਰੀ ਹੈ। ਪ੍ਰਬੰਧਕਾਂ ਨੇ ਆਪਣਾ ਹਿਸਾਬ ਦਾ ਸਿੱਧ ਕਰਨ ਦੇ ਲਈ ਅੱਗੋਂ ਪਤਾ ਵੀ ਅੰਤਮ ਅਰਦਾਸ ਹੋਣੀ ਹੈ, ਮਾਇਆ ਆਣੀ ਹੈ, ਉਹਦੇ ਨੂੰ ਖੁਸ਼ ਕਰਨ ਲਈ ਸਰੂਪੇ ਦਿੱਤੇ ਜਾਂਦੇ ਆ। ਇਸ ਤੋਂ ਵੱਧ ਕੇ ਵੀ ਕਈ ਵਾਰੀ ਤਾਂ ਅਸੀਂ ਇਹ ਵੀ ਦੇਖਿਆ, ਮੈਂ ਕਈ ਜਗ੍ਹਾ ਦੇ ਉੱਤੇ, ਕਿ ਮ੍ਰਿਤਕ ਨੂੰ ਗੁਰੂ ਦਰਬਾਰ ਦੇ ਅੰਦਰ ਲਿਜਾਇਆ ਜਾਂਦਾ। ਕਈ ਤਾਂ ਬਾਹਰੋਂ ਹੀ ਲੈ ਕੇ ਜਾਂਦੇ, ਬਾਹਰੋਂ ਮੱਥਾ ਟਿਕਾ ਲੈ, ਉਹਦਾ ਅਸਥੀ ਨੂੰ ਕਰਕੇ ਮਾੜਾ ਨੀਵਾ ਕਰਕੇ ਤੇ ਲੰਘ ਜਾਂਦੇ ਨੇ। ਤੇ ਪਰ ਕੁਝ ਸੋਚੇ ਜਿਹੜੇ ਉੱਥੋਂ ਲਾ ਕੇ ਐਂਬੂਲੈਂਸ ਤੋਂ ਅੰਦਰ ਲੈ ਕੇ ਜਾਣਗੇ ਗੁਰੂ ਦਰਬਾਰ ਦੇ ਵਿੱਚ, ਉੱਥੇ ਜਾ ਕੇ ਗੁਰੂ ਸਾਹਿਬ ਜੀ ਨੂੰ ਜਾਂ ਮੱਥਾ ਟਿਕਾ ਕੇ ਤੇ ਜਾਂ ਸੰਬੰਧੀਆਂ ਨੂੰ ਉੱਥੇ ਹੀ ਦਰਸ਼ਨ ਕਰਾਉਣ ਲੱਗ ਪੈਂਦੇ ਆ। ਇਹ ਨਕਲ ਹੈ ਕ੍ਰਿਸਚੈਨਿਟੀ ਥੋੜੀ ਬਹੁਤ ਜੋ ਵੀ ਹੈ, ਪਰ ਇਹ ਮਰਿਆਦਾ ਸਿੱਖੀ ਦੀ ਨਹੀਂ। ਸਿੱਖੀ ਇੱਕੋ ਹੀ ਮਰਿਆਦਾ ਨਹੀਂ ਹੈ। ਗੁਰੂ ਪੰਥ ਵੱਲੋਂ ਪ੍ਰਵਾਨਿਤ ਹੁਕਮ ਅਨੁਸਾਰ ਚਲਾਣੇ ਦਾ ਅਰਦਾਸਾ ਸੋਧਣ ਤੋਂ ਬਾਅਦ ਅਰਥੀ ਨੂੰ ਸ਼ਮਸ਼ਾਨ ਭੂਮੀ ਵੱਲ ਹੀ ਲਿਜਾਇਆ ਜਾਵੇ, ਨਾ ਕਿ ਕਿਸੇ ਗੁਰਦੁਆਰਾ ਸਾਹਿਬ ਵਾਲੇ ਪਾਸੇ ਲਿਜਾਇਆ ਜਾਵੇ। ਇੱਥੇ ਸਪਸ਼ਟ ਤੌਰ ਤੇ ਹਦਾਇਤ ਸਿੱਖ ਰਹਿਤ ਮਰਿਆਦਾ ਵਿੱਚ ਕੀਤੀ ਗਈ ਹੈ। ਉਪਰੰਤ ਸੰਸਕਾਰ ਦੀ ਥਾਂ ਤੇ ਪਹੁੰਚ ਕੇ ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ। ਨਾਲ ਰਾਗਮੀ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ। ਹੁਣ ਜਦੋਂ ਉੱਥੇ ਪਹੁੰਚ ਗਏ ਫਿਰ ਚਿਖਾ ਚੁਣਨੀ ਹੁੰਦੀ ਹੈ। ਹੁਣ ਇੱਥੇ ਕੋਈ ਹਦਾਇਤ ਨਹੀਂ ਹੈ ਵੀ ਉੱਥੇ ਪੁਰਾਣੀ ਬਾਣੀ ਦਾ ਜਾ ਕੇ ਪਾਠ ਕਰੋ। ਹਾਂ, ਇਹ ਜ਼ਰੂਰੀ ਹੈ ਤੇ ਜਦੋਂ ਚਿਖਾ ਬਣਦੀ ਹੈ 5-7-10 ਮਿੰਟ ਜਿੰਨੇ ਕੁ ਲੱਗਦੇ ਆ, ਉਦੋਂ ਅਸੀਂ ਗੱਲਾਂ ਕਰਨ ਦੀ ਥਾਂ ਤੇ ਕੋਈ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਲਈਏ ਜਾਂ ਹੋਰ ਕਰ ਲਈਏ ਜਾਂ ਕੋਈ ਬਾਣੀ ਵੀ ਪੜ੍ਹ ਲਈਏ, ਮਨਾਹੀ ਨਹੀਂ ਹੈ। ਉਹ ਆਪਣੇ ਲਈ ਹੈ, ਨਾ ਕਿ ਮਰੇ ਪ੍ਰਾਣੀ ਲਈ ਹੈ। ਪਰ ਕਈ ਵਾਰੀ ਮਰੇ ਪ੍ਰਾਣੀ ਨੂੰ ਉੱਥੇ ਜਿੱਥੇ ਰੱਖ ਕੇ, ਜਦੋਂ ਰੱਖ ਕੇ ਫਿਰ ਮੱਥੇ ਟੇਕੇ ਜਾਂਦੇ ਆ, ਉਹਦੇ ਆਲੇ ਦੁਆਲੇ ਪਰਿਕਰਮਾ ਕੀਤੀਆਂ ਜਾਂਦੀਆਂ ਅਰਥੀ ਦੇ ਆਸ-ਪਾਸ। ਖਾਸ ਕਰਕੇ ਨੂੰਹਾਂ ਨੂੰ ਸਪੈਸ਼ਲ ਤੌਰ ਤੇ ਕਿਹਾ ਜਾਂਦਾ ਵੀ ਆਪਣੇ ਪਿਤਾ ਜੀ ਨੂੰ ਮੱਥੇ ਟੇਕ ਲਓ। ਪਤਾ ਨਹੀਂ ਜਿਉਂਦਿਆਂ ਕਿਸੇ ਨੇ ਪਾਣੀ ਵੀ ਪੁੱਛਿਆ ਕਿ ਨਹੀਂ, ਤੇ ਮਰਿਆਂ ਨੂੰ ਮੱਥੇ ਟਿਕਾ ਕੇ ਕੀ ਬਣ ਜਾਏਗਾ। ਤੇ ਪੁੱਛਿਆ ਵੀ ਹੋਵੇ, ਕੀਤਾ ਵੀ ਹੋਵੇ, ਜਿੰਨਾ ਮਰਜ਼ੀ ਪਿਆਰ ਵੀ ਹੋਵੇ, ਪਰ ਮ੍ਰਿਤਕ ਤਾਂ ਮਿੱਟੀ ਹੈ। ਉਹਨੂੰ ਚੰਦਨ ਚੜਾ ਦੇ, ਉਹਦਾ ਕੁਛ ਵੱਧ ਨਹੀਂ ਜਾਣਾ। ਵਿਸ਼ਟਾਚਾਰ ਲਾ ਦੀ, ਉਹਦਾ ਕੋਈ ਘੱਟ ਨਹੀਂ ਜਾਣਾ। ਇਹ ਤਾਂ ਸਿਰਫ ਇੱਕ ਮਰੇ ਹੋਏ ਬੋਡੀ ਨੂੰ ਸੰਭਾਲਣ ਲਈ ਸਾਰਾ ਮਰਿਆਦਾ ਕੀਤੀ ਜਾ ਰਹੀ ਹੈ, ਨਾ ਕਿ ਇਹ ਕਿਸੇ ਹੋਰ ਕੰਮ ਲਈ ਕੀਤੀ ਜਾ ਰਹੀ ਹੈ। ਇਸ ਵਾਸਤੇ ਇਹ ਮੱਥਾ ਟੇਕਣ ਦਾ ਕੋਈ ਵਿਧੀ ਵਿਧਾਨ ਨਹੀਂ। ਇਹ ਕਿਉਂ ਇਹ ਕੰਮ ਚੱਲਿਆ? ਆਪ ਤੁਸੀਂ ਦੇਖਿਆ ਹੋਏਗਾ, ਭਾਰਤ ਦੇ ਵਿੱਚ ਸ਼ਮਸ਼ਾਨ ਭੂਮੀਆਂ ਦੇ ਉੱਤੇ ਪੰਡਤ ਦਾ ਕਬਜ਼ਾ ਹੈ।
ਬ੍ਰਾਹਮਣ ਨੇ ਮ੍ਰਿਤਕ ਸੰਸਕਾਰ ਵੀ ਆਪਣੇ ਕਬਜ਼ੇ 'ਚ ਲੈ ਲਿਆ ਤੇ ਉਹ ਆਪਣੀ ਮਰਜ਼ੀ ਦੀ ਹਰ ਰਸਮ ਉੱਥੇ ਕਰਾਉਂਦਾ ਜਿਹੜੀ ਦੂਜੇ ਧਰਮਾਂ 'ਚ ਚੱਲਦੀ ਹੈ। ਤੇ ਬ੍ਰਾਹਮਣ ਉੱਥੇ ਆਪ ਕਹਿੰਦਾ ਖੜਾ ਹੋ ਕੇ, ਜਿਹੜਾ ਆਚਾਰਜੀ ਹੁੰਦਾ ਜਾਂ ਉੱਥੇ ਪੰਡਤ ਹੁੰਦਾ ਉੱਥੋਂ ਦਾ ਸ਼ਮਸ਼ਾਨ ਭੂਮੀ ਦਾ, ਬਈ ਮੱਥਾ ਟੇਕ ਲਓ ਜਿਹਨੇ ਟੇਕਣਾ, ਮੱਥਾ ਟੇਕ ਲਓ ਜਿਹਨੇ ਟੇਕਣਾ। ਉਹਨੂੰ ਪਤਾ ਵੀ ਇੱਥੇ 1000 1500 2000 ਦਾ ਜਿਹੜਾ ਮੇਰਾ ਫੰਡ ਇਕੱਠਾ ਹੋ ਜਾਣਾ, ਉਹ ਤਾਂ ਆਪਣੀ ਮਸਲੇ ਦਾ ਮਤਲਬ, ਉਹਨੂੰ ਮੱਥੇ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹਦੇ ਲਈ ਮਨਮਤ ਕਰਾਈ ਜਾਂਦੀ ਹੈ ਕਿ ਮ੍ਰਿਤਕ ਨੂੰ ਮੱਥਾ ਟਿਕਾ ਕੇ। ਬੜੀ ਸਪਸ਼ਟ ਜੀ ਗੱਲ ਜਿਹੜੀ ਕੀਤੀ ਗਈ ਹੈ, ਇੱਥੇ ਮੱਥਾ ਟੇਕਣ ਦਾ ਕਿਤੇ ਸਿੱਖ ਰਾਜ ਮੇਰਾ ਦਾ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੋਈ ਵੀ ਹਦਾਇਤ ਜਿਹੜੀ ਹੈ ਉਹ ਨਹੀਂ ਕੀਤੀ ਗਈ। ਸਿੱਧਾ ਲਿਖਿਆ ਹੋਇਆ ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ, ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਤੇ ਸਰੀਰ ਨੂੰ ਅਗਨੀ ਭੇਟਾ ਕਿ ਫਿਰ ਇਹ ਵੀ ਲਿਖਿਆ ਹੋਇਆ ਕਿ ਕੌਣ ਲਾ ਕੇ ਕਰ ਸਕਦਾ, ਕੋਈ ਵੀ ਕਰ ਸਕਦਾ। ਇੱਥੇ ਵੀ ਕੋਈ ਪਾਬੰਦੀ ਨਹੀਂ ਹੈ, ਕੋਈ ਪੁੱਤਰ ਜਾਂ ਹੋਰ ਸੰਬੰਧੀ ਦਾ ਹੇਤੂ ਕੋਈ ਅਗਨੀ ਲਾ ਦੇਵੇ। ਜਿਨ੍ਹਾਂ ਦੇ ਪੁੱਤਰ ਨਹੀਂ ਹਨ ਉਹਨਾਂ ਨੂੰ ਫਿਰ ਕਈ ਵਾਰੀ ਤਾਂ ਸਾਡੇ ਪਰਿਵਾਰਾਂ 'ਚ ਇਸੇ ਕਰਕੇ ਹੀ 3-3 4-4 5-5 ਬੱਚੇ ਧੀਆਂ ਹੋ ਗਈਆਂ। ਜੇ ਪੁੱਤਰ ਨਹੀਂ ਹੋਇਆ ਤੇ ਕੋਈ ਦੀ ਅੱਗ ਕੌਣ ਲਾਗੇ, ਦੀ ਗਤੀ ਨਹੀਂ ਹੋਣੀ। ਹਿੰਦੂ ਸਮਾਜ ਵਿੱਚ ਮੰਨਿਆ ਜਾਂਦਾ ਹੈ ਕਿ ਜੇ ਪੁੱਤਰ ਅੱਗ ਨਾ ਲਾਵੇ ਤੇ ਗਤੀ ਨਹੀਂ ਹੁੰਦੀ, ਪਰ ਸਿੱਖ ਸਮਾਜ ਵਿੱਚ ਇਹ ਤਾਂ ਕੋਈ ਜ਼ਿਕਰ ਹੀ ਨਹੀਂ। ਸਤਿਗੁਰੂ ਜੀ ਨੇ ਤਾਂ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਨ ਦੀ ਗੱਲ ਪਹਿਲਾਂ ਕਹਿ ਦਿੱਤੀ ਸੀ। ਗੁਰੂ ਸਾਹਿਬ ਜੀ ਨੇ ਮਰਿਆਦਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਰਾ ਕੁਝ ਸਾਨੂੰ ਦਰਜ ਕਰ ਦਿੱਤਾ, ਔਰ ਸਿੱਖ ਬੀਬੀ ਨੂੰ ਬਰਾਬਰ ਦੇ ਹੱਕ ਵੀ ਦਿੱਤੇ ਜੀਵਨ ਦਾ। ਹਾਲਾਂ ਵੱਖਰੀ ਗੱਲ ਹੈ ਕਿ ਪ੍ਰੈਕਟੀਕਲ ਤੌਰ ਤੇ ਅਜੇ ਵੀ ਅਸੀਂ ਇਹ ਹੱਕ ਨਹੀਂ ਦੇ ਸਕੇ, ਔਰ ਕੀਰਤਨ ਕਰਨ ਦੀ ਇਜਾਜ਼ਤ ਵੀ ਅਸੀਂ ਉਹਨਾਂ ਨੂੰ ਨਹੀਂ ਦਿੱਤੀ ਆਪਣੇ ਕੇਂਦਰੀ ਸਥਾਨਾਂ ਦੇ ਉੱਤੇ। ਇਹ ਵੱਖਰੀ ਗੱਲ ਹੈ। ਇਹ ਸਾਡੀਆਂ ਕਮਜ਼ੋਰੀਆਂ ਹਨ, ਸਾਡੀਆਂ ਕਮੀਆਂ ਹਨ। ਇਹਨਾਂ ਕਮੀਆਂ ਨੂੰ ਵੀ ਸਾਨੂੰ ਵਿਚਾਰਨ ਦੀ ਲੋੜ ਹੈ, ਤਦ ਕਿ ਕੋਈ ਸਾਡੇ ਤੇ ਉਂਗਲ ਨਾ ਚੁੱਕ ਸਕੇ। ਪਰ ਕਿਉਂਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਸੁਧਾਰਨ ਲਈ ਤਿਆਰ ਨਹੀਂ, ਜਿਸ ਵਾਸਤੇ ਇਹ ਕਮਜ਼ੋਰੀਆਂ ਸਾਡੀਆਂ ਹਨ, ਨਾ ਕਿ ਸਾਡੀ ਮਰਿਆਦਾ ਦੀਆਂ। ਇੱਥੇ ਸਪਸ਼ਟ ਗੱਲ ਲਿਖੀ ਹੋਈ ਹੈ ਵੀ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹੇਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁਝ ਵਿੱਚ ਤੇ ਬੈਠ ਕੇ ਕੀਰਤਨ ਕਰੇ ਜਾਂ ਵਿਰਾਗਮਈ ਸ਼ਬਦ ਪੜੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ ਤਾਂ ਕਪਾਲ ਕਿਰਿਆ ਆਦਿ ਕਰਨਾ ਮਨਮਤ ਹੈ। ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ। ਇੱਥੇ ਗਲਤੀ ਹੈ, ਬਾਣੀ ਦਾ ਨਾਮ ਸੋਹਿਲਾ ਹੈ, ਕੀਰਤਨ ਸੋਹਿਲਾ ਨਹੀਂ ਹੈ। ਜੇ ਜਦੋਂ ਤੋਂ ਹੀ ਚੱਲੀ ਹੈ ਮਰਿਆਦਾ, ਉਹਦੇ ਚ ਕੀਰਤਨ ਸੋਹਿਲਾ ਇਸੇ ਤਰ੍ਹਾਂ ਸ਼ਬਦਾ ਹੁੰਦਾ ਜਾਂਦਾ ਹੈ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਿਰਲੇਖ ਹੈ ਬਾਣੀ ਦੇ ਨਾਮ ਦਾ ਉਹ ਸੋਹਿਲਾ ਹੈ। ਅਸੀਂ ਆਮ ਤੌਰ ਤੇ ਕੀਰਤਨ ਸੋਹਿਲਾ ਹੀ ਕਹਿ ਦਿੰਦੇ ਹਾਂ, ਪਰ ਬਾਣੀ ਦਾ ਨਾਮ ਜਿਹੜਾ ਹੈ ਉਹ ਸੋਹਿਲਾ ਹੈ। ਹੁਣ ਇੱਥੇ ਕਪਾਲ ਕਿਰਿਆ ਦਾ ਜ਼ਿਕਰ ਆ ਗਿਆ। ਕਪਾਲ ਕਿਰਿਆ ਕਿਹਨੂੰ ਕਹਿੰਦੇ ਨੇ? ਗਰੜ ਪੁਰਾਣ ਮੁਤਾਬਕ ਮ੍ਰਿਤਕ ਦੇਹ ਦੇ ਸੰਸਕਾਰ ਦੇ ਦੌਰਾਨ ਖੋਪਰੀ ਨੂੰ ਤੋੜਨ ਦੀ ਕਿਰਿਆ ਨੂੰ ਕਪਾਲ ਕਿਰਿਆ ਕਿਹਾ ਜਾਂਦਾ। ਕਦੇ ਤੁਸੀਂ ਦੇਖਿਆ ਹੋਣਾ ਜਦੋਂ ਚਿਖਾ ਬਲ ਜਾਂਦੀ ਹੈ, ਇਹ ਚੀਜ਼ਾਂ ਭਾਰਤ ਚ ਨੂੰ ਦੇਖਣ ਨੂੰ ਮਿਲਦੀਆਂ, ਦੂਜੇ ਬਾਹਰਲੇ ਦੇਸ਼ਾਂ 'ਚ ਨਹੀਂ ਮਿਲਦੀਆਂ। ਉੱਥੇ ਤਾਂ ਮਸ਼ੀਨ 'ਚ ਪਾਇਆ ਤੇ ਸੜਕੇ ਹੀ ਬਾਹਰ ਨਿਕਲਣਾ, ਭਾਵੇਂ ਜਦੋਂ ਮਰਜ਼ੀ ਨਾ ਉਹਦੇ ਕਪਾਲ ਦੀ ਕਿਰਿਆ ਦਾ, ਨਾ ਉੱਥੇ ਕਪਾਲ ਲੱਭਦਾ ਨਾ ਕਿਰਿਆ ਲੱਭਦੀ ਹੈ। ਕਪਾਲ ਖੋਪੜੀ ਨੂੰ ਕਹਿੰਦੇ ਨੇ। ਉਹ ਜਦੋਂ ਬਲ ਜਾਂਦੀ ਚਿਖਾ ਤੇ ਫਿਰ ਉਹਦੇ ਪੁੱਤਰ ਨੂੰ ਸੱਦਿਆ ਜਾਂਦਾ ਵੀ ਤੂੰ ਆ ਬਾਂਸ ਦਾ ਫੜ ਸੋਟਾ ਤੇ ਇਹਦੀ ਖੋਪੜੀ ਦੇ ਵਿੱਚ ਮਾਰ। ਜਦ ਤੱਕ ਤੂੰ ਇਹਦੀ ਖੋਪੜੀ 'ਚ ਨਹੀਂ ਮਾਰਦਾ ਉਦੋਂ ਤੱਕ ਇਹਦੀ ਜਿਹੜੀ ਰੂਹ ਹੈ ਇੱਥੇ ਭੜਕਦੀ ਰਹਿਣੀ ਹੈ। ਤੇ ਖੋਪੜੀ 'ਚ ਮਾਰ ਕੇ ਇਹਦੀ ਖੋਪੜੀ ਚੰਗੀ ਤਰ੍ਹਾਂ ਭੰਨ ਦੇ, ਤਦ ਕਿ ਇਹਦੀ ਰੂਹ ਜਿਹੜੀ ਦੌੜ ਜਾਏ, ਤੇਰੇ ਸੋਟੇ ਤੋਂ ਡਰਦੀ, ਬਾਂਸ ਦੇ ਸੋਟੇ ਤੋਂ ਡਰਦੀ ਭੱਜ ਜਾਏਗੀ। ਇਹ ਉਹਨਾਂ ਦੀ ਇੱਕ ਪਰੰਪਰਾ ਹੈ, ਉਹਨਾਂ ਦੀ ਮਰਿਆਦਾ ਹੈ, ਉਹਨਾਂ ਦੇ ਮੱਤ 'ਚ ਗੱਲ ਹੈ। ਉਹ ਇਹ ਗੱਲ ਕਹਿੰਦੇ ਨੇ, ਕਰਦੇ ਨੇ। ਉੱਥੇ ਫਿਰ ਜਿਹੜਾ ਗ੍ਰਸਤੀ ਹੈ ਉਹਨੂੰ ਸੋਟੇ ਦੇ ਨਾਲ ਖੋਪਰੀ ਭੰਨੀ ਜਾਂਦੀ ਹੈ। ਜਿਹੜਾ ਤਿਆਗੀ ਹੈ, ਘਰ-ਬਾਰ ਤਿਆਗ ਜਾਂਦਾ, ਇਹਨੂੰ ਬ੍ਰਹਮਚਾਰੀ ਕਹਿੰਦੇ ਸੀ, ਉਹਦੀ ਫਿਰ ਨਾਰੀਅਲ ਦੇ ਨਾਲ ਖੋਪਰੀ ਭੰਨੀ ਜਾਂਦੀ। ਗਰੁੜ ਪੁਰਾਣ 'ਚ ਵੀ ਗੱਲ ਲਿਖਿਆ ਹੋਇਆ ਵੀ ਉਹਦੀ ਖੋਪੜੀ ਭੰਨਣ ਲਈ ਨਾਰੀਅਲ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਪੁਰਾਣਾ ਮੁਤਾਬਕ ਇਸ ਤਰ੍ਹਾਂ ਕਰਨ ਨਾਲ ਮ੍ਰਿਤਕ ਪ੍ਰਾਣੀ ਨੂੰ ਪਿੱਤਰ ਲੋਕ ਦੇ ਵਿੱਚ ਜਾ ਕੇ ਪ੍ਰਾਪਤੀ ਹੁੰਦੀ ਹੈ ਤੇ ਉਹਦੀ ਰੂਹ ਜਿਹੜੀ ਹੈ ਉਹ ਭਟਕਦੀ ਨਹੀਂ ਤੇ ਉਹ ਪਿੱਤਰ ਲੋਕ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ। ਪਰ ਗੁਰਮਤਿ ਨੇ ਇਸ ਗੱਲ ਨੂੰ ਬਿਲਕੁਲ ਹੀ ਨਿਰੋਲ ਭਰਮ ਜਾਣ ਕੇ ਇਸ ਦਾ ਤਿਆਗ ਕੀਤਾ ਜਾਣ ਲਈ ਕਿਹਾ ਹੈ। ਇੱਕ ਪੱਖ ਇਹਦਾ ਹੋਰ ਵੀ ਹੈ, ਜਿਹੜਾ
ਭਾਰਤ ਦਾ ਪੂਰਬੀ ਇਲਾਕੇ ਹੈ, ਜਿਹਨੂੰ ਅਸੀਂ ਬੰਗਾਲ ਸਾਈਡ ਜਾਂ ਇੱਧਰਲਾ ਇਲਾਕਾ ਅਸੀਂ ਕਹਿ ਦਿੰਦੇ ਹਾਂ। ਇੱਥੇ ਸ਼ਮਸ਼ਾਨ ਘਾਟ ਵਿੱਚੋਂ ਕਈ ਬੰਦੇ ਮ੍ਰਿਤਕ ਦੀ ਖੋਪਰੀ ਲੈ ਜਾਂਦੇ ਆ, ਬਲਦੀ ਖੋਪਰੀ ਵੀ ਵਿੱਚੋਂ ਕੱਢ ਲੈਂਦੇ ਆ, ਚੋਰੀ ਕਰ ਲੈਂਦੇ ਨੇ। ਉਹਦੇ ਨਾਲੋਂ ਮੰਨਿਆ ਜਦੋਂ ਤਾਂਤਰਿਕ ਸਿੱਧੀ ਜੀ ਕਰਦੇ ਹਨ, ਉਹਨਾਂ ਦਾ ਆਪਣਾ ਜਾਦੂ ਦਾ ਕੋਈ ਸਿਸਟਮ ਹੋਏਗਾ, ਮੈਨੂੰ ਉਹਦੀ ਜਾਣਕਾਰੀ ਨਹੀਂ ਹੈ, ਪਰ ਤਾਂਤਰਿਕ ਸਿੱਧੀ ਕਰਦੇ ਆ ਬਲਦੀ ਹੋਈ ਖੋਪੜੀ ਕੱਢ ਕੇ। ਪਰ ਤਾਂਤਰਿਕ ਸਿੱਧੀ ਜਿਹੜੀ ਹੈ ਇਹ ਅਸਲ 'ਚ ਸਾਬਤ ਖੋਪੜੀ ਨਾਲ ਹੋ ਸਕਦੀ ਹੈ, ਉਹਦੇ ਨਾਲ ਨਹੀਂ ਹੋ ਸਕਦੀ। ਇਸ ਕਰਕੇ ਉਹ ਖੋਪੜੀ ਭੰਨਣ ਦੀ ਬਜਾਏ ਖੋਪੜੀ ਕੱਢ ਕੇ ਲੈ ਜਾਂਦੇ ਆ। ਇਹ ਜ਼ਰੂਰੀ ਚੀਜ਼ ਹੈ ਜਿਹੜੀ ਉਹਨਾਂ ਦੇ ਪੂਰਬੀ ਇਲਾਕੇ ਦੇ ਵਿੱਚ ਇਹ ਖੋਪੜੀ ਦਾ ਚੋਰੀ ਹੋਣਾ ਵੀ ਆਮ ਗੱਲ ਜਿਹੜੀ ਹੈ ਉਹ ਮੰਨੀ ਜਾਂਦੀ ਹੈ, ਆਮ ਗੱਲ ਹੀ ਉੱਥੇ ਮੰਨੀ ਜਾਂਦੀ ਹੈ। ਤਾਂ ਮ੍ਰਿਤਕ ਪ੍ਰਾਣੀ ਨੂੰ ਜਿੱਥੋਂ ਤੱਕ ਅਗਨੀ ਦਿਖਾਉਣ ਬਾਰੇ ਗੱਲਬਾਤ ਹੈ, ਇਹ ਬੰਦਿਸ਼ ਨਹੀਂ ਹੈ ਵੀ ਉਹ ਪੁੱਤਰ ਹੀ ਕਰ ਸਕਦਾ, ਕੋਈ ਸੰਬੰਧੀ ਦਾ ਹਿੱਤੂ ਕਰ ਸਕਦਾ। ਵਿਪਰਵਾਦੀ ਭਰਮ ਦੀ ਸਿੱਖੀ ਮੰਡਲ 'ਚ ਕੋਈ ਥਾਂ ਨਹੀਂ। ਜੇ ਮ੍ਰਿਤਕ ਸਰੀਰ ਨੂੰ ਅਗਨੀ ਉਸਦਾ ਪੁੱਤਰ ਨੇ ਨਾ ਦਿਖਾਈ ਤਾਂ ਪ੍ਰਾਣੀ ਦੀ ਗਤੀ ਨਹੀਂ ਹੁੰਦੀ। ਸਿੱਖ ਦਾ ਲੋਕ ਪਰਲੋਕ ਉਹਦੇ ਨਿੱਜੀ ਜੀਵਨ ਤੇ ਆਧਾਰਿਤ ਹੈ, ਨਾ ਕਿ ਉਹ ਕਿਸੇ ਪੁੱਤਰ ਦੀ ਅੱਗ ਦਿਖਾਉਣ ਦੇ ਉੱਤੇ ਆਧਾਰਿਤ ਹੈ। ਇੱਥੇ ਤਾਂ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ ਦੀ ਫਾਰਮੂਲਾ ਹੈ, ਜੋ ਆਸਾ ਕੀ ਵਾਰ 'ਚ ਅਸੀਂ ਪੜ੍ਹਦੇ ਹਾਂ। ਇਸ ਕਰਕੇ ਸਾਨੂੰ ਇਹ ਗੱਲ ਖਿਆਲ ਰੱਖਣੀ ਚਾਹੀਦੀ ਹੈ ਕਿ ਅਸੀਂ ਇਸ ਚੱਕਰ 'ਚ ਜਾ ਕੇ ਇਹ ਨਾ ਫਸ ਜਾਈਏ ਕਿ ਉਹਨਾਂ ਦਾ ਕਬਜ਼ਾ ਉੱਥੇ ਹੈ। ਮੈਂ ਤਾਂ ਇੱਥੋਂ ਤੱਕ ਵੀ ਕਈ ਵਾਰੀ, ਮੈਨੂੰ ਕੱਲ ਵੀ ਇੱਕ ਸੁਝਾਅ ਆਇਆ ਸੀ ਵੀ ਤੁਸੀਂ ਗੱਲ ਜ਼ਰੂਰ ਕਰ ਦੇਣਾ, ਕੱਲ ਤੁਸੀਂ ਅੱਗੇ ਮ੍ਰਿਤਕ ਪ੍ਰਾਣੀ ਦਾ ਤੁਸੀਂ ਸ਼ੁਰੂ ਕੀਤਾ ਵੀ ਸਾਨੂੰ ਜਿਹੜੀ ਸ਼ਮਸ਼ਾਨ ਭੂਮੀ ਨੇ ਉਹ ਸਾਨੂੰ ਵੱਖਰੇ ਕਰ ਲੈਣੇ ਚਾਹੀਦੇ ਆ, ਤਾਂ ਕਿ ਸਾਨੂੰ ਇਹਨਾਂ ਕਰਮ ਕਾਂਡਾਂ ਤੋਂ ਬਚਿਆ ਜਾ ਸਕੇ। ਜਾਂ ਬਹੁਤ ਸਾਰੇ ਇੱਕ ਬਿਜ਼ਨਸ ਵੀ ਹੈ, ਮੈਂ ਬੇਨਤੀ ਕਰਦਾ ਇਹ ਫਿਨਰਲ ਹੋਮ ਜਿਹੜੇ ਬਾਹਰ ਤਾਂ ਬਿਜ਼ਨਸ ਹੈ ਔਰ ਬੜੀ ਮੋਟੀ ਕਮਾਈ ਹੈ ਉਹਦੇ ਵਿੱਚ, ਬਿਜ਼ਨਸ ਦੇ ਵਿੱਚ, ਜਿੱਥੇ ਭੱਠੀਆਂ ਲਾ ਕੇ ਸਾੜਿਆ ਜਾਂਦਾ, ਇਲੈਕਟ੍ਰਿਕ ਭੱਠੀਆਂ ਜਿੱਥੇ ਲੱਗੀਆਂ ਹੁੰਦੀਆਂ ਨੇ, ਉਹ ਬੜੀ ਮੋਟੀ ਕਮਾਈ ਹੈ ਉਹਦੇ 'ਚ। ਤੇ ਜਿਹੜੇ ਕੋਈ ਬਿਜ਼ਨਸ ਵੀ ਕਰਨਾ ਚਾਹਣ, ਚੰਗੀ ਗੱਲ ਹੈ, ਜੇ ਉਹ ਸਿੱਖ ਗੁਰਸਿੱਖੀ ਅਨੁਸਾਰ ਸੰਸਕਾਰ ਕਰਨੋ ਤਾਂ ਜੋ ਬਿਜ਼ਨਸ ਕਰਨ ਦਾ ਵੀ ਕੋਈ ਹਰਜ ਨਹੀਂ ਹੈ, ਕਰ ਲੈਣਾ ਚਾਹੀਦਾ ਹੈ। ਇਹ ਇੱਕ ਚੰਗਾ ਪੁੰਨ ਦਾ ਕੰਮ ਹੀ ਹੈ ਵੀ ਅਸੀਂ ਕਮ ਸੇ ਕਮ ਲੋਕਾਂ ਨੂੰ ਮਨਮਤ ਤੋਂ ਬਚਾਵਾਂਗੇ। ਜੇ ਅਸੀਂ ਕੋਈ ਸਟੈਂਡਰਡ ਦਾ ਫਿਨਰਲ ਹੋਮ ਬਣਾ ਕੇ ਹਰ ਸ਼ਹਿਰ ਦੇ ਵਿੱਚ ਕੋਈ ਸਿੱਖਾਂ ਦੇ ਬਣਾ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਵੀ ਉਹਦੇ 'ਚ ਕੋਈ ਹਰਜ ਵਾਲੀ ਗੱਲ ਨਹੀਂ ਹੈ। ਇਹ ਵੰਡੀ ਪਾਉਣ ਵਾਲੀ ਨਹੀਂ ਹੈ ਸਮਾਜ 'ਚ ਗੱਲ, ਸਾਡੀ ਮਰਿਆਦਾ ਦੀ ਗੱਲ ਹੈ। ਜਿੱਥੇ ਸਾਡੀ ਮਰਿਆਦਾ ਦੀ ਉਲੰਘਣਾ ਹੁੰਦੀ ਹੈ, ਜਿੱਥੇ ਸਾਡੇ ਸਿਧਾਂਤ ਦੀ ਉਲੰਘਣਾ ਹੁੰਦੀ ਹੈ, ਉੱਥੇ ਸਾਨੂੰ ਸਟੈਂਡ ਲੈਣਾ ਚਾਹੀਦਾ, ਨਾ ਕਿ ਸਮਝੌਤਾਵਾਦੀ ਨੀਤੀ ਜਿਹੜੀ ਰੱਖ ਲਈ ਹੁੰਦੀ ਹੈ। ਮ੍ਰਿਤਕ ਦੇ ਵੇਲੇ ਆਮ ਤੌਰ ਤੇ ਘਰ ਵਾਲੇ ਵਿਚਾਰੇ ਨਿੰਮੋ ਝੋਨੇ ਮਰਜਾਏ ਹੋਏ ਹੁੰਦੇ ਨੇ, ਜੋ ਕੋਈ ਕਹੀ ਜਾਂਦਾ ਉਹਨੂੰ ਮੰਨੀ ਜਾਂਦੇ ਆ। ਜੇ ਕਿਸੇ ਨੇ ਕਿਹਾ ਤਾਂ ਇਸ ਤਰ੍ਹਾਂ ਕਰ ਲਓ, ਇਸ ਤਰ੍ਹਾਂ ਕਰ ਲੈਂਦੇ, ਜੇ ਕਿਸੇ ਨੇ ਕਿਹਾ ਉਸ ਤਰ੍ਹਾਂ ਕਰ ਲਓ, ਉਸ ਤਰ੍ਹਾਂ ਕਰ ਲੈਂਦੇ ਆ। ਕਾਰਨ ਕੀ ਹੈ ਵੀ ਉਹਨਾਂ ਨੂੰ ਆਪਣੇ ਉਹ ਇਸ ਗੱਲ ਦੀ ਨਾ ਸੋਝੀ ਹੁੰਦੀ ਹੈ, ਗੁਰਮਤ ਦਾ ਪਤਾ ਨਹੀਂ ਹੁੰਦਾ। ਜੇ ਗੁਰਮਤ ਸਿਧਾਂਤਾਂ ਦਾ ਪਤਾ ਨਹੀਂ ਹੈ ਫਿਰ ਜੋ ਮਰਜ਼ੀ ਕਰਾ ਲਓ। ਪਰ ਜੇ ਵੱਖਰੇ ਫਿਨਰਲ ਹੋਮ ਜਾਂ ਸ਼ਮਸ਼ਾਨ ਭੂਮੀਆਂ ਜਿੱਥੇ ਗੁਰਮਤ ਦੇ ਧਾਰਨੀ ਇੰਚਾਰਜ ਹੋਣ ਤੇ ਉਹਨਾਂ ਨੂੰ ਇਹ ਰਹਿਤ ਮਰਿਆਦਾ ਦਾ ਪਤਾ ਹੋਵੇ, ਇਸ ਤਰ੍ਹਾਂ ਦਾ ਅਗਰ ਕੋਈ ਸੈਂਟਰ ਵੀ ਬਣਾਇਆ ਜਾ ਸਕੇ ਤਾਂ ਉਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ। ਇਹਦੇ ਨਾਲ ਸਾਡੇ ਸਿਧਾਂਤ ਦੀ ਉਲੰਘਣਾ ਹੋਣ ਤੋਂ ਬਚਾਅ ਜਿਹੜਾ ਹੈ ਉਹ ਹੋ ਸਕਦਾ ਹੈ। ਮ੍ਰਿਤਕ ਸਰੀਰ ਨੂੰ ਅਗਨੀ ਦਿਖਾਉਣ ਤੋਂ ਬਾਅਦ ਵਿੱਚ ਤੇ ਬੈਠ ਕੇ ਕੁਝ ਸਮਾਂ ਕੀਰਤਨ ਕਰਨਾ ਚਾਹੀਦਾ ਹੈ। ਰਲ ਮਿਲ ਕੇ ਵਿਰਾਗਮਈ ਸ਼ਬਦ ਪੜ੍ਹੇ ਜਾਣੇ ਚਾਹੀਦੇ ਹਨ, ਤਾਂ ਜੋ ਮਨ ਸੰਬੰਧੀ ਦੇ ਵਿਛੋੜੇ ਦੇ ਵਿੱਚ ਜਿਹੜਾ ਹੈ ਉਹ ਡੋਲੇ ਨਾ। ਅਸਲ ਤਾਂ ਇਹੋ ਹੀ ਉਹਦੀ ਭਾਵਨਾ ਹੈ। ਜਦ ਇਹ ਪਤਾ ਲੱਗ ਜਾਏ ਕਿ ਅੰਗੀਠਾ ਪੂਰੀ ਤਰ੍ਹਾਂ ਬਲ ਗਿਆ ਤਾਂ ਫਿਰ ਸੋਹਿਲਾ ਬਾਣੀ ਦਾ ਪਾਠ ਕਰਕੇ ਅਰਦਾਸਾ ਸੋਧ ਦਿੱਤਾ ਜਾਵੇ। ਇੱਥੇ ਬੜਾ ਸਾਵਧਾਨ ਕੀਤਾ ਗਿਆ ਕਿ ਕਪਾਲ ਕਿਰਿਆ ਨਹੀਂ ਕਰਨੀ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਦਿੱਤੀ ਹੈ ਵੀ ਇੱਥੇ ਫਿਰ ਸਾਵਧਾਨ ਸਾਨੂੰ ਕੀਤਾ ਗਿਆ ਵੀ ਇਹ ਕਿਰਿਆ ਕਰਮ ਨਹੀਂ ਕਰਨਾ। ਦੁਬਾਰਾ ਮੈਂ ਗੱਲ ਦੁਹਰਾ ਰਿਹਾ ਵੀ ਜੇ ਇਹ ਭਰਮ ਨਹੀਂ ਕਰਨਾ ਕਿ ਜਦ ਤੱਕ ਪ੍ਰਾਣੀ ਦਾ ਸਿਰ ਨਹੀਂ ਪਾੜਿਆ ਜਾਂਦਾ, ਸਿਰ ਭੰਨਿਆ ਨਹੀਂ ਜਾਂਦਾ, ਉਦੋਂ ਤੱਕ ਪ੍ਰਾਣੀ ਦੇ ਦਸਮ ਦੁਆਰ ਉਹਦੇ ਪ੍ਰਾਣ ਅੜੇ ਰਹਿੰਦੇ ਆ ਤੇ ਰੂਹ ਉਹਦੀ ਭਟਕਦੀ ਰਹਿਣੀ ਹੈ ਜਦ ਤੱਕ ਉਹਦੇ ਸੋਟੇ ਨਾਲ ਖੋਇਆ ਨਹੀਂ ਜਾਂਦਾ। ਇਸ ਕਰਕੇ ਉਹਨਾਂ ਦਾ ਵੀ ਵਿਚਾਰ ਹੈਗਾ ਕਿ ਪ੍ਰਾਣੀ ਦੇ ਜਿਹੜੇ ਪ੍ਰਾਣ ਹੈ ਉਹ ਦਸਮ ਦੁਆਰ ਜੜੇ ਰਹਿੰਦੇ, ਉਹ ਕਿਤੇ ਉੱਠ ਕੇ ਨਾ ਬੈਠ ਜਾਏ। ਉਹਨਾਂ ਦੇ ਦਿਮਾਗ 'ਚ ਵੀ ਗੱਲ ਇੱਕ ਹੁੰਦੀ ਹੈ ਕਿ ਇੱਥੇ ਜਿਉਂਦੇ ਫਿਰ ਉੱਠ ਕੇ ਬੈਠਣ ਦੀ ਸੰਭਾਵਨਾ ਬਣ ਸਕਦੀ ਹੈ। ਕਪਾਲ ਕਿਰਿਆ ਕਰਨ ਨਾਲ ਆਪਣੇ ਸਿਰ ਭੰਨ ਕੇ ਤਸੱਲੀ ਕਰ ਲੈਂਦੇ ਵੀ ਵਾਕਈ ਇਹਨੂੰ ਲੋਕ ਪਰਲੋਕ ਦਾ ਸੁੱਖ ਜਿਹੜਾ ਉਹ ਮਿਲਦਾ ਹੈ। ਇੱਥੇ ਬੜੀ ਸਪਸ਼ਟ ਜੀ ਗੱਲ ਹੈ ਕਿ ਇਹ ਗੁਰਮਤਿ ਨੇ ਇਸ ਸਿਧਾਂਤ ਨੂੰ ਪ੍ਰਵਾਨਗੀ ਜਿਹੜੀ ਹੈ ਉਹ ਨਹੀਂ ਦਿੱਤੀ। ਸਤਿਗੁਰੂ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਇਸ ਵਿਪਰਵਾਦੀ ਮੂਲਕ ਭਰਮ ਤੋਂ ਬਿਲਕੁਲ ਮੁਕਤ ਕੀਤਾ
ਵੀ ਅਜਿਹਾ ਕਰਮ ਕਦੇ ਨਾ ਕੀਤਾ ਜਾਵੇ। ਇਹ ਸਤਿਗੁਰੂ ਜੀ ਨੇ ਸਾਨੂੰ ਵਾਰਨਿੰਗ ਜਾਂ ਚੇਤਾਵਨੀ ਵੀ ਦਿੱਤੀ ਹੈ। ਘਰ ਆ ਕੇ ਲਾਗੇ ਦੇ ਗੁਰਦੁਆਰੇ ਵਿੱਚ ਪੁਰਾਣੀ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਤੇ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਸਾਹਿਬ 10ਵੇਂ ਦਿਨ ਹੋਵੇ। ਜੇ 10ਵੇਂ ਦਿਨ ਨਾ ਹੋ ਸਕੇ ਤਾਂ ਫਿਰ ਕੋਈ ਦਿਨ ਸੰਬੰਧੀਆਂ ਦੀ ਸਿਹਤ ਦੀ ਸੌਖ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਵੇ। ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ। ਦੁਸਹਿਰੇ ਤੋਂ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਤਾਂ ਇਸ ਸੰਬੰਧ ਦੇ ਵਿੱਚ ਜੋ 1936 ਦੇ ਵਿੱਚ ਰਹਿਤ ਮਰਿਆਦਾ ਛਪੀ ਸੀ, ਉਹ ਕੁਝ ਫਰਕ ਨਾ ਛਪੀ ਸੀ। ਉਹਦੇ ਲਈ ਮੈਂ ਆਪ ਜੀ ਨੂੰ ਪੜ੍ਹ ਕੇ ਉਹ ਰਹਿਤ ਮਰਿਆਦਾ ਦੇ ਜਿਹੜੇ ਅੱਖਰ ਹਨ 1936 ਦੀ ਪੰਨਾ ਨੰਬਰ 13 ਦੇ ਉੱਤੇ ਛਪੇ ਸਨ। ਉਸ ਰਹਿਤ ਮਰਿਆਦਾ ਦੇ ਵਿੱਚ ਉੱਥੇ ਲਿਖਿਆ ਸੀ, ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪੁਰਾਣੀ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਤੇ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸਾ ਸੁਣ ਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਹੁਣ ਇਹ ਜਿਹੜੀ ਹੁਣ ਦੀ ਮਰਿਆਦਾ ਵਿੱਚ ਕੜਾਹ ਪ੍ਰਸ਼ਾਦ ਦਾ ਜ਼ਿਕਰ ਨਹੀਂ ਹੈ। ਇਸ ਪਾਠ ਦੀ ਸਮਾਪਤੀ 10ਵੇਂ ਦਿਨ ਹੋਵੇ। ਜੇ 10ਵੇਂ ਦਿਨ ਨਾ ਹੋ ਸਕੇ ਤਾਂ ਕੋਈ ਹੋਰ ਦਿਨ ਬਰਾਦਰੀ ਦੇ ਉਤਸਵ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਵੇ। ਇਸ ਪਾਠ ਦਾ ਕੀਰਤਨ, ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ। ਦੁਸਹਿਰੇ ਤੋਂ ਪਿੱਛੇ ਚਲਾਣੇ ਦੀ ਰਸਮ ਕੋਈ ਬਾਕੀ ਨਹੀਂ ਰਹਿੰਦੀ। ਸੋ ਇਸ ਮੱਧ ਦੀ ਸ਼ਬਦਾਵਲੀ ਤਕਰੀਬਨ ਚੇਂਜ ਕੀਤੀ ਗਈ, ਪਰ ਇਹ ਨੁਕਤਾ ਹੈ ਕਿ 1936 ਵਿੱਚ ਸੰਸਕਾਰ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਂ ਘਰ ਆ ਕੇ ਗੁਰੂ ਸਾਹਿਬ ਦਾ ਪਾਠ ਰੱਖ ਕੇ ਕੜਾਹ ਪ੍ਰਸ਼ਾਦ ਵਰਤਾਉਣ ਦੀ ਗੱਲ ਕੀਤੀ ਗਈ ਸੀ 1936 ਦੀ ਮਰਿਆਦਾ ਵਿੱਚ। ਤਾਂ ਤਬਦੀਲੀ ਤੋਂ ਬਾਅਦ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ ਤਾਂ ਕਿਤੇ ਲਫ਼ਜ਼ ਨਹੀਂ ਮਿਲਦਾ। ਇਹ ਤਬਦੀਲੀ ਕਦੋਂ ਹੋਈ, ਕਿਸ ਤਰ੍ਹਾਂ ਹੋਈ, ਇਹਦਾ ਕੋਈ ਵੀ ਰੈਕਡ ਜਿਹੜਾ ਹੈ SGPC ਦੇ ਰਿਕਾਰਡ ਸਾਨੂੰ ਨਹੀਂ ਮਿਲਦਾ। ਨਾ ਹੀ ਉਹਦੇ ਬਾਰੇ ਕੋਈ ਜਾਣਕਾਰੀ ਕਿਤੋਂ ਮਿਲਦੀ ਹੈ ਕਿ ਕਿਸ ਤਰ੍ਹਾਂ ਇਸ ਬਦਲੀ ਹੋ ਗਈ ਜਾਂ ਸ਼ਬਦਾਵਲੀ ਕਿਵੇਂ ਬਦਲ ਗਈ ਤਾਂ ਕਿਵੇਂ ਹੋ ਗਿਆ। ਇਹਦੇ ਬਾਰੇ ਕੋਈ ਵੀ ਅਜੇ ਤੱਕ ਸਾਨੂੰ ਸਬੂਤ ਨਹੀਂ ਮਿਲਦੇ। ਚਾਹੇ ਕਹਿ ਲਈਏ ਕੋਈ ਮਤੇ ਜਾਂ ਹੋਰ ਚੀਜ਼ਾਂ ਸਾਨੂੰ ਨਹੀਂ ਮਿਲਦੀਆਂ, ਪਰ ਬਦਲੀ ਜ਼ਰੂਰ ਹੋਈ ਹੈ ਜੋ 1936 ਦੀ ਰਹਿਤ ਮਰਿਆਦਾ ਦੇ ਵਿੱਚ ਹੋਈ ਸ਼ਬਦਾਵਲੀ। ਭਾਵੇਂ ਸਿਰਫ ਕੜਾਹ ਪ੍ਰਸ਼ਾਦ ਵਰਤਾਉਣ ਦੀ ਗੱਲ ਹੀ ਹੈ, ਪਰ ਗੱਲ ਬਦਲੀ ਹੋਣਾ ਵੀ ਇੱਕ ਬਹੁਤ ਵੱਡੀ ਗੱਲ ਹੈ। ਜਿਹੜਾ ਕਨਸਟੀਟਿਊਸ਼ਨ ਨੂੰ ਬਦਲ ਦਿੱਤਾ ਜਾਏ ਤਾਂ ਸਾਨੂੰ ਪਤਾ ਵੀ ਨਾ, ਕਿ ਕੌਮ ਨੂੰ ਪਤਾ ਨਾ ਹੋਵੇ, ਇਹ ਗੱਲ ਠੀਕ ਨਹੀਂ। ਬਾਕੀ ਕੜਾਹ ਪ੍ਰਸ਼ਾਦ ਵਰਤਾ ਚ ਲਿਖਿਆ ਜਾਂਦਾ ਜਾਂ ਨਾ ਲਿਖਿਆ ਜਾਂਦਾ, ਇਹ ਅਸਲ ਇਹ ਫਰਕ ਨਹੀਂ ਹੈ। ਫਰਕ ਇਹ ਹੈ ਕੋਈ ਵੀ ਤਬਦੀਲੀ ਜਿਹੜੀ ਹੈ ਗੁਰੂ ਪੰਥ ਨੇ ਮਿਲ ਕੇ ਕਰਨੀ ਹੁੰਦੀ ਹੈ, ਤੇ ਜੇ ਗੁਰੂ ਪੰਥ ਨੂੰ ਇੱਕ ਸਾਲ ਦਾ ਪਤਾ ਹੀ ਨਹੀਂ ਕਦੋਂ ਹੋ ਗਈ ਤਾਂ ਇਹ ਫਿਰ ਵਿਚਾਰਨ ਵਾਲੀ ਗੱਲ ਬਣਦੀ ਹੈ। ਹੁਣ ਦੇਖੋ, ਗੁਰੂ ਪੰਥ ਨੇ ਪ੍ਰਾਣੀ ਦੇ ਚਲਾਣੇ ਤੋਂ ਕਰ ਜਾਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰਨ ਦੀ ਮਰਿਆਦਾ ਬਣਾਈ। ਇਹ ਸਿੱਧ ਹੈ ਕਿ ਬਾਣੀ ਸਾਡੀ ਜੀਵਨ ਨੂੰ ਧਾਰਸ ਦਿੰਦੀ ਹੈ, ਜਾਂ ਇਹ ਵੀ ਕਹਿ ਸਕਦਾ ਮੈਂ ਲੋਕ ਪਰਲੋਕ ਨੂੰ ਬਾਣੀ ਸਾਡਾ ਸਵਾਰਦੀ ਹੈ। ਜੇ ਬਾਣੀ ਇੱਥੇ ਲੋਕ ਵਿੱਚ ਪੜ੍ਹੀ ਹੈ ਤੇ ਪਰਲੋਕ ਵਿੱਚ ਆਪਣੇ ਆਪ ਇਹ ਸਹਾਈ ਹੁੰਦੀ ਹੈ। ਤਾਂ ਮ੍ਰਿਤਕ ਪ੍ਰਾਣੀ ਨੂੰ ਅਗਨ ਭੇਟ ਕਰਕੇ ਵਾਪਸੀ ਦੇ ਉੱਤੇ ਪਾਠ ਰੱਖਿਆ ਜਾਵੇ। ਪਾਠ ਦਾ ਮਤਲਬ ਕੋਈ ਸੌਦੇਬਾਜ਼ੀ ਨਹੀਂ, ਬਾਰਗੇਨਿੰਗ ਨਹੀਂ ਹੈ ਵੀ ਕਿਰਾਏ ਤੇ ਰੱਖ ਲਿਆ, ਪਾਠ ਕਰਾਈ ਗਏ, ਸਾਰਾ ਟੱਬਰ ਟੀਵੀ ਅੱਗੇ, ਬਾਬਾ ਜੀ ਨੇ ਇਕੱਲੇ, ਇਹ ਕੰਮ ਕਿਤੇ ਚੱਲਦਾ ਰਹੇ। ਸਾਰਾ ਟੱਬਰ ਟੀਵੀ ਅੱਗੇ ਬੈਠਾ ਹੋਵੇ ਤੇ ਬਾਬਾ ਜੀ ਇਕੱਲੇ ਪਾਠ ਆਪੇ ਸੁਣੀ ਜਾਣ, ਆਪੇ ਕਰੀ ਜਾਣ। ਔਰ ਇਹ ਗੱਲ ਜਿਹੜੀ ਹੈ ਕੋਈ ਸਾਡੇ ਸਿੱਖਾਂ ਦੇ ਲਈ ਚੰਗੀ ਨਹੀਂ ਹੈ। ਸਿੱਖ ਜਦ ਪਰਿਵਾਰਾਂ ਨੂੰ ਚਾਹੀਦਾ ਕਿ ਰਲ ਮਿਲ ਕੇ ਆਪ ਪਾਠ ਕਰਨ। ਜੇ ਨਹੀਂ ਕਰ ਸਕਦੇ ਤਾਂ ਪਾਠ ਸੁਣਨ ਵਿੱਚ ਕਮ ਸੇ ਕਮ ਸੁਣਨ ਦਾ ਵਿੱਚ ਹਿੱਸੇਦਾਰ ਜ਼ਰੂਰ ਬਣ। ਜੇ ਥਾਂ ਦੀ ਕੋਈ ਤੰਗੀ ਜਾਂ ਖਾਸ ਰੁਕਾਵਟ ਹੋਵੇ ਤਾਂ ਪਾਠ ਗੁਰਦੁਆਰਾ ਸਾਹਿਬ ਆਰਾਮ ਕਰ ਦਿੱਤਾ ਜਾਏ, ਉੱਥੇ ਜਾ ਕੇ ਫਿਰ ਹਾਜ਼ਰੀ ਭਰੀ ਜਾਏ ਤੇ ਗੁਰਦੁਆਰੇ ਜਾ ਕੇ ਹਾਜ਼ਰੀ ਭਰ ਕੇ ਪਰਿਵਾਰ ਦੇ ਸੰਬੰਧੀਆਂ ਦੀ ਆਉਣ ਜਾਣ ਦੀ ਜਿਹੜੀ ਸਹੂਲਤ ਹੈ ਉਹਦਾ ਵੀ ਖਿਆਲ ਰੱਖਿਆ ਜਾਏ ਵੀ ਕਦੋਂ ਪਾਠ ਹੋ ਸਕਦਾ, ਕਿਸ ਤਰ੍ਹਾਂ ਹੋ ਸਕਦਾ। ਜੇ ਵਿਛੋੜੇ ਦੇ ਮੌਕੇ ਤੇ ਮਨ ਨੂੰ ਉਦਾਸ ਹੋਣ ਕਰਕੇ ਬਾਣੀ ਦੇ ਆਸਰੇ ਦੀ ਲੋੜ ਹੁੰਦੀ ਹੈ, ਇਸ ਲਈ ਪਾਠ ਨਾ ਆਪ ਕੀਤਾ ਜਾਵੇ ਨਾ ਸੁਣਿਆ ਜਾਵੇ ਤਾਂ ਫਿਰ ਕੇਵਲ ਪ੍ਰਾਣੀ ਨਿਮਿਤ ਤੇ ਸਮਝ ਕੇ ਕਿਸੇ ਪਾਠੀ ਕੋਲੋਂ ਚੁੱਪ ਘੜੋ ਪਾਠ ਜਿਹੜਾ ਕਰਾ ਦਿੱਤਾ ਜਾਏ ਤਾਂ ਇਹ ਸਮੇਂ ਪਾਠ ਰੱਖਣ ਦੀ ਮਹੱਤਤਾ ਤੋਂ ਸਮਝੋ ਸਾਨੂੰ ਅਣਜਾਣਤਾ ਹੀ ਦਰਸਾਉਂਦਾ ਹੈ। ਪਾਠ ਕੋਈ ਫਾਰਮੈਲਿਟੀ ਨਹੀਂ ਹੈ, ਪਾਠ ਕੋਈ ਇਹ ਇੰਨੇ ਵੀ ਜ਼ਰੂਰੀ ਕਰਾਉਣਾ ਹੈ। ਪਾਠ ਸਾਡੇ ਲਈ ਹੈ ਜਿਹੜੇ ਅਸੀਂ ਜਿਉਂਦੇ ਆ, ਜਾਗਦੇ ਆ, ਜਿਨ੍ਹਾਂ ਨੇ ਬਾਣੀ ਨਾਲ ਆਪਣੇ ਮਨ ਨੂੰ ਧੀਰਜ ਦੇਣਾ ਹੈ ਤੋਂ ਮਨ ਦੇ ਨਾਲ ਅੱਗੇ ਚੱਲਣਾ ਹੈ। ਇੱਥੇ ਬੜੀ ਸਪਸ਼ਟ ਦੀ ਗੱਲ ਹੈ
ਕਿ ਮ੍ਰਿਤਕ ਪ੍ਰਾਣੀ ਦੇ ਨਿਮਿਤ ਪਾਠ ਦੀ ਸਮਾਪਤੀ ਹੋ ਸਕੇ ਤਾਂ ਰੋਜ਼ ਰਾਤ ਨੂੰ ਕੀਰਤਨ ਵੀ ਕੀਤਾ ਜਾਏ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਹੁਕਮ ਵੀ ਕੀਤਾ। ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਜੋ ਸਤਬਾਣੀ ਦੇ ਵਿੱਚ ਸਤਿਗੁਰੂ ਦਾ ਜ਼ਿਕਰ ਵੀ ਆਉਂਦਾ ਕਿ ਕੀਰਤਨ ਕਰਨਾ ਜਿਹੜਾ ਭਾਵ ਰੱਬੀ ਸਿਫਤ ਸਲਾਹ ਕਰਨੀ। ਤੋ ਨਾਨਕ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸਾ 10ਵੇਂ ਦਿਨ ਜਾਂ ਸੰਬੰਧੀਆਂ ਦੀ ਸ਼ੋਕ ਨੂੰ ਰੱਖ ਕੇ ਮੁਕਤ ਕੀਤਾ ਜਾਵੇ। ਦਸਹਿਰੇ ਤੋਂ ਪਿੱਛੇ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਇਹਦਾ ਮਤਲਬ ਸਪਸ਼ਟ ਹੈ ਵੀ ਇਹਨਾਂ ਕੋ ਹੋਰ ਜਾਂ ਥਿੱਤਾਂ ਵਾਰਾਂ ਦਾ ਭਰਮ ਵਹਿਮ ਪਖੰਡ ਉਹ ਗੁਰਮਤਿ ਵਿੱਚ ਨਹੀਂ ਹੈ। ਦਸਹਿਰੇ ਤੋਂ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਇਹਨੂੰ ਅਸੀਂ ਅੰਤਮ ਅਰਦਾਸ ਆਖਦੇ ਹਾਂ। ਉਹ ਅੰਤਮ ਵੀ ਕਾਹਦੀ ਹੋਈ ਜਿਹੜੀ ਹਰ ਸਾਲ ਰੀਨਿਊ ਕਰਾਉਣੀ ਪਵੇ ਤੇ 6 ਮਹੀਨਿਆਂ ਬਾਅਦ ਫਿਰ ਰੀਨਿਊ ਕਰਾਉਣੀ ਪਵੇ। ਬਾਣੀ ਪੜ੍ਹਨੀ ਚੰਗੀ ਬਾਤ ਹੈ, ਬਾਣੀ ਨਾਲ ਕੀਰਤਨ ਕਰਨਾ ਚੰਗੀ ਬਾਤ ਹੈ, ਲੇਕਿਨ ਉਹਨੂੰ ਮ੍ਰਿਤਕ ਦੇ ਨਾਲ ਜੋੜ ਕੇ ਪਾਠ ਕਰਨਾ ਜਾਂ ਬਹਾਨੇ ਨਾਲ ਸਰਾਧ ਜਾਂ ਵਰਸੀਆਂ ਮਨਾਉਣੀਆਂ, ਇਹ ਗੁਰਮਤਿ ਨੇ ਕਿਤੇ ਇਜਾਜ਼ਤ ਨਹੀਂ ਦਿੱਤੀ। ਨਾ ਹੀ ਗੁਰਮਤਿ ਨੇ ਗੱਲ ਜਿਹੜੀ ਹੈ ਕਿਤੇ ਮੰਨੀ ਹੈ। ਵਿਪਰਵਾਦ ਦੇ ਵਰਣਮਾਲ ਅਨੁਸਾਰ ਨਿਯਮ ਨੇ ਸ਼ੂਦਰ ਨੂੰ 10 ਦਿਨ, ਵੈਸ਼ ਨੂੰ 17 ਦਿਨ, ਖੱਤਰੀ ਨੂੰ 13 ਦਿਨ, ਬ੍ਰਾਹਮਣ ਨੂੰ 12 ਦਿਨ ਸੋਗ ਰਹਿੰਦਾ ਹੈ। ਗੁਰੂ ਪੰਥ ਦੇ ਗੁਰੂ ਕਿਆਂ ਲਈ, ਗੁਰੂ ਦੇ ਸਿੱਖਾਂ ਦੇ ਲਈ ਇਸ ਵਹਿਮ ਤੋਂ ਆਜ਼ਾਦ ਕਰ ਦਿੱਤਾ। ਇੱਥੇ ਕੋਈ ਦਿਨਾਂ ਦੀ ਗਿਣਤੀ ਮੁਕਰਰ ਹੈ ਹੀ ਨਹੀਂ। ਇਸ ਵਾਸਤੇ ਇਹ ਪਖੰਡ ਜਾਂ ਭਰਮ ਵਹਿਮ ਦੇ ਵਿੱਚੋਂ ਸਾਨੂੰ ਨਿਕਲਣ ਦੀ ਲੋੜ ਹੈ। ਵਿਦੇਸ਼ਾਂ 'ਚ ਆਮ ਤੌਰ ਦੇ ਉੱਤੇ ਪਾਠ ਚਲਾਣੇ ਵਾਲੇ ਦਿਨ ਹੀ ਆਰੰਭ ਕਰ ਦਿੱਤਾ ਜਾਂਦਾ, ਪਰ ਉੱਥੇ ਵੀ ਦੇਖਣ 'ਚ ਇਹੀ ਆਇਆ ਕਿਉਂਕਿ ਉੱਥੇ ਸੰਸਕਾਰ ਜਿਹੜਾ ਹੈ ਉਹ ਤੁਹਾਡੀ ਮਰਜ਼ੀ ਨਾਲ ਨਹੀਂ ਹੁੰਦਾ, ਫਿਨਰਲ ਹਾਊਸ ਦੀ ਮਰਜ਼ੀ ਮੁਤਾਬਕ ਹੁੰਦਾ। ਹਸਪੀਟਲ ਦੀ ਫਾਰਮੈਲਿਟੀਜ਼ ਹੁੰਦੀਆਂ ਨੇ, 2-2, 3-3, 4-4 ਦਿਨ, 5-5 ਦਿਨ, 8-8 ਦਿਨ ਵੀ ਕਈ ਵਾਰੀ ਡੈਡ ਬੋਡੀਜ਼ ਜਿਹੜੀਆਂ ਉੱਥੇ ਰੱਖੀਆਂ ਜਾਂਦੀਆਂ। ਜਦੋਂ ਤੁਹਾਡੀ ਵਾਰੀ ਆਣੀ ਆ ਉਦੋਂ ਤੁਹਾਨੂੰ ਉਹਨਾਂ ਨੇ ਦਿਨ ਫਿਕਸ ਕਰਕੇ ਦੇਣਾ ਵੀ ਤੁਹਾਡੇ ਇਸ ਦਿਨ ਨੂੰ ਸੰਸਕਾਰ ਕਰਨਾ। ਤੇ ਉੱਥੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਪਾਠ ਜਿਹੜਾ ਪਹਿਲਾਂ ਰੱਖਿਆ ਹੁੰਦਾ, ਜਿਸ ਦਿਨ ਸੰਸਕਾਰ ਹੁੰਦਾ ਉਸੇ ਦਿਨ ਹੀ ਅੰਤਮ ਅਰਦਾਸ ਜਿਹੜੀ ਹੋ ਜਾਂਦੀ ਹੈ। ਉੱਥੇ ਆਮ ਤੌਰ ਤੇ ਮੈਂ ਜਿੰਨੇ ਕੁ ਮੈਨੂੰ ਉੱਥੇ ਰਹਿਣ ਦਾ ਸਮਾਂ ਮਿਲਿਆ, ਜਿੰਨੇ ਕੁ ਇਹ ਡੈਥਸ ਹੋਈਆਂ, ਮੈਂ ਉੱਥੇ ਗਿਆ ਜਾਂ ਹਾਜ਼ਰੀ ਭਰੀ ਤੇ ਕਿਹਾ ਇਹੋ ਹੀ ਸਭ ਦੇਖਿਆ ਵੀ ਉੱਥੇ ਜਦੋਂ ਹੀ ਡੈਥ ਹੁੰਦੀ ਹੈ ਪੁਰਾਣੇ ਦੇ ਦਿਨ ਤੋਂ ਪਾਠ ਰਖਾ ਦਿੱਤਾ ਜਾਂਦਾ, ਪਰ ਉੱਥੇ ਵੀ ਰਿਵਾਜ ਇਹੋ ਹੀ ਹੈ ਵੀ ਰਖਾ ਦਿੱਤਾ ਜਾਂਦਾ। ਬਹੁਤ ਘੱਟ ਪਰਿਵਾਰ ਨੇ ਜਿਹੜੇ ਉੱਥੇ ਵੀ ਘਰ 'ਚ ਆਪ ਪਾਠ ਕਰਦੇ ਹੋਣਗੇ ਜਾਂ ਗੁਰਦੁਆਰਾ ਸਾਹਿਬ ਜਾ ਕੇ ਆਪ ਪਾਠ ਕਰਦੇ ਹੋਣਗੇ। ਉੱਥੇ ਭਾਈ ਸਾਹਿਬ ਵੀ ਗੁਰਦੁਆਰੇ ਪਾਠ ਕਰ ਦਿੰਦੇ ਆ। ਉੱਥੇ ਵੀ ਇਹ ਜਿਹੜੀ ਅਣਗਹਿਲੀ ਹੈ ਵਰਤੀ ਜਾ ਰਹੀ। ਇਹਨੇ ਵੀ ਬਾਹਰ ਕੋਈ ਸਾਡੇ ਨਵਾਂ ਕੁਛ ਫਾਰਮੂਲਾ ਆ ਗਿਆ, ਉੱਥੇ ਵੀ ਅਣਗਹਿਲੀ ਜਿਹੜੀ ਹੈ ਤੇ ਪੂਰੀ ਤਰ੍ਹਾਂ ਇਸੇ ਤਰ੍ਹਾਂ ਹੀ ਵਰਤੀ ਜਾ ਰਹੀ। ਬਾਹਰ ਵੀ ਉਹੀ ਹਾਲ ਹੈ ਜੋ ਸਾਡਾ ਇੱਥੇ ਹਾਲ ਹੈ। ਤੋ ਉੱਥੇ ਵੀ ਭੋਗ ਨੂੰ ਫਿਰ ਕਿਉਂਕਿ ਉੱਥੇ ਸੁਨਲ ਦਾ ਜਦੋਂ ਤੁਹਾਨੂੰ ਡੇਟ ਮਿਲਦੀ ਹੈ ਉਸੇ ਦਿਨ ਹੀ ਫਿਰ ਉੱਥੇ ਭੋਗ ਜਿਹੜਾ ਸਵੇਰੇ ਸੰਸਕਾਰ ਕੀਤਾ, ਉਸਦੇ ਨਾਲ ਹੀ ਗੁਰਸੰਗਤ ਗੁਰਦੁਆਰੇ ਆਉਂਦੀ ਹੈ, ਉਹਦੇ ਨਾਲ ਹੀ ਫਿਰ ਉਹਨਾਂ ਨੂੰ ਸੰਸਕਾਰ ਤੋਂ ਬਾਅਦ ਭੋਗ ਜਿਹੜਾ ਪਾ ਦਿੱਤਾ ਜਾਂਦਾ। ਗੁਰੂ ਪੰਥ ਨੇ ਕੋਈ ਅਜਿਹਾ ਕਰਨ ਦੇ ਵਿੱਚ ਨਿਯਮਾਂ ਦੀ ਉਲੰਘਣਾ ਨਹੀਂ ਹੁੰਦੀ, ਨਾ ਹੀ ਕੋਈ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਨਾ ਹੀ ਇਸ ਢੰਗ ਨਾਲ ਕੋਈ ਕਿਸੇ ਦੇ ਨਿਯਮ ਜਿਹੜੇ ਹਨ ਉਹ ਟੁੱਟ ਜਾਂਦੇ ਹਨ। ਵੈਰ ਮਰਿਆਦਾ ਦੇ ਨਿਯਮ ਨਹੀਂ ਟੁੱਟਦੇ। ਇੱਥੇ ਸਿਰਫ ਇੱਕੋ ਹੀ ਹੈ ਵੀ ਅਸੀਂ ਪਾਠ ਆਪਣੇ ਲਈ ਕਰਦੇ ਹਾਂ, ਜੇ ਅਸੀਂ ਨਹੀਂ ਕਰਨਾ ਤਾਂ ਉਹ ਮ੍ਰਿਤਕ ਪ੍ਰਾਣੀ ਨੂੰ ਕੋਈ ਫਰਕ ਨਹੀਂ ਪੈਣਾ। ਇਹ ਭੁਲੇਖਾ ਹੈ। ਇਹ ਤਾਂ ਰਿਵਾਇਤ ਬਣ ਗਈ ਵੀ ਚਲੋ ਸਾਰੇ ਜੇ ਰਿਸ਼ਤੇਦਾਰ ਸੰਬੰਧੀ ਜਿਹੜੇ ਘਰਾਂ 'ਚ ਤੁਰੇ ਰਹਿਣਗੇ, ਸਾਲ ਭਰ ਤੁਰੇ ਰਹਿਣਗੇ, ਉਹ ਸਾਰੇ ਅੰਤਮ ਅਰਦਾਸ 'ਚ ਇਕੱਠੇ ਹੋਣ, ਉਹ ਜਿਨ੍ਹਾਂ ਨੇ ਆਉਣਾ ਸਾਰਾ ਕੰਮ ਖਤਮ ਹੋ ਜਾਏ, ਘਰ ਵਾਲੇ ਵੀ ਆਜ਼ਾਦ ਹੋਣ ਤੇ ਵਿਹਲੇ ਹੋਣ। ਇਹ ਜਿਹੜਾ ਇਸ ਤਰ੍ਹਾਂ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ। ਇਸ ਵਾਸਤੇ ਇਹ ਜਿਹੜੀ ਰਿਵਾਇਤ ਜਿਹੜੀ ਸੀ ਅੰਤਮ ਅਰਦਾਸ ਦੀ ਬਣਾ ਦਿੱਤੀ ਗਈ, ਪੰਥ ਨੇ ਜਿਹੜੀ ਸੀ ਉਹਨੂੰ ਪ੍ਰਵਾਨਗੀ ਦਿੱਤੀ। ਪਰ ਇੱਥੇ ਭਰਮ ਵਹਿਮ ਪਖੰਡ ਨਾਂ ਦੀ ਕੋਈ ਚੀਜ਼ ਨਹੀਂ ਹੈ। ਅਗਲੀ ਮੱਤ ਦੇ ਵਿੱਚ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਚੌਥੇ ਹੀ ਦਬ ਕੇ ਜ਼ਮੀਨ ਨੂੰ ਜਿਵੇਂ ਬਰਾਬਰ ਕਰ ਦਿੱਤੀ ਜਾਵੇ। ਸੰਸਕਾਰ ਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨਾ ਹੈ। ਸੰਸਕਾਰ ਕਰਨ ਤੋਂ ਬਾਅਦ ਜਦੋਂ ਇਹ ਸਮਝਿਆ ਜਾਵੇ ਅੰਗੀਠਾ ਠੰਡਾ ਹੋ ਗਿਆ, ਠੰਡਾ ਦਾ ਅੰਗੀਠੇ ਦਾ ਮਤਲਬ ਵੀ ਜਦੋਂ ਅਸੀਂ ਅਸਥੀ ਉਹਨੂੰ ਅੰਗੀਠਾ ਕਿਹਾ ਜਾਂਦਾ ਜਿੱਥੇ ਫੜ ਕੇ ਪ੍ਰਾਣੀ ਨੂੰ ਸਾੜਿਆ ਜਾਂਦਾ,
ਉਹਨੂੰ ਗਿੱਠਾ ਕਿਹਾ ਜਾਂਦਾ। ਤਾਂ ਦੇਹ ਦੀ ਸਾਰੀ ਭਸਮ ਹੱਡੀਆਂ ਸਮੇਤ ਇਕੱਠੀ ਕਰ ਲਈ ਜਾਵੇ। ਇੱਥੇ ਹੁਣ ਹੱਡੀਆਂ ਦੁੱਧ ਚ ਪਾ ਕੇ, ਪਹਿਲਾਂ ਸਾਡੇ ਵੀ ਇੱਕ ਰਿਵਾਇਤ ਤਾਂ ਚੱਲ ਪਈ ਅੱਜ ਕੱਲ੍ਹ ਦੇਖਾ ਦੇਖੀ, ਤੇ ਘਰੋਂ ਦੁੱਧ ਦੇ ਪੈਕਟ ਲੈ ਜਾਂਦੇ ਆ, ਪਾਣੀ ਦੀ ਬਾਲਟੀ ਦੇ ਵਿੱਚ ਦੁੱਧ ਖੋਲ ਕੇ ਅੱਧਾ ਕੁ ਲੀਟਰ ਪਾਇਆ, ਉੱਥੇ ਉਹਨੂੰ ਠੰਡਾ ਕਰਨੀ, ਉੱਥੇ ਛਿੜਕਾ ਦੇ ਦਿੱਤਾ, ਛਿੜਕਾਅ ਕਰਤਾ, ਫਿਰ ਜਦੋਂ ਇਕੱਠਾ ਕਰ ਲਿਆ ਫਿਰ ਦੁੱਧ ਵਿੱਚ ਪਾ ਕੇ ਫਿਰ ਉੱਥੇ ਡੋਲ ਦਿੱਤਾ ਵੀ 1 ਕਿਲੋ ਲੀਟਰ ਦੁੱਧ ਦੇ ਨਾਲ ਜਿਵੇਂ ਕਿਤੇ ਕਿਸੇ ਦੇ ਢਿੱਡ ਭਰ ਜਾਣਾ ਉਹਦਾ ਮਰੇ ਪ੍ਰਾਣੀ ਦਾ, ਪਰ ਉਹ ਜੋ 1 ਲੀਟਰ ਦੁੱਧ ਕਿਸੇ ਦੇ ਚਾਹ ਪਾਣੀ ਦੇ ਕੰਮ ਆਉਂਦਾ, ਕਿਸੇ ਗਰੀਬ ਨੂੰ ਦੇ ਦਿੰਦੇ। ਉਹਦਾ ਹੁੰਦਾ ਪਾਣੀ ਨਾਲ ਵੀ ਤਾਂ ਉਹ ਕੰਮ ਹੀ ਹੋਣਾ ਜੋ ਦੁੱਧ ਨਾ ਹੋਣਾ। ਕੱਚੀ ਲੱਸੀ ਵਹਿਮ ਹੈਗਾ, ਕੱਚੀ ਲੱਸੀ ਬਣਾ ਕੇ ਛੱਟਾ ਮਾਰ, ਉਹ ਕੱਚੀ ਲੱਸੀ ਦਾ ਵਹਿਮ ਜਿਹੜਾ ਸਨਾਤਨੀ ਮਤ ਦਾ ਉਹ ਸਾਡੇ ਸਿੱਖਾਂ ਦੇ ਵਿੱਚ ਵੀ ਪ੍ਰਚਲਿਤ ਹੋ ਗਿਆ। ਤਾਂ ਬੜਾ ਸਪਸ਼ਟ ਜੀ ਗੱਲ ਲਿਖੀ ਗਈ ਹੈ ਵੀ ਜਦੋਂ ਇਹ ਠੰਡਾ ਹੋ ਜਾਏ ਇਕੱਠਾ ਕਰ ਲਿਆ ਜਾਵੇ, ਨੇੜੇ ਵਗਦੇ ਜਲ, ਨਹਿਰ, ਦਰਿਆ ਆਦਿ ਚ ਪ੍ਰਵਾਹ ਕਰ ਦਿੱਤਾ ਜਾਏ। ਜੇਕਰ ਕਿਤੇ ਅਜਿਹੀ ਚੀਜ਼ ਨਾ ਬਣੇ, ਪਾਣੀ ਦਾ ਪ੍ਰਵਾਹ ਨਾ ਬਣੇ, ਸੰਸਕਾਰ ਵਾਲੀ ਥਾਂ ਦੇ ਨੇੜੇ ਟੋਆ ਟੁੱਬ ਪੁੱਟ ਕੇ ਉਹਦੇ ਦੱਬ ਦਿੱਤਾ ਜਾਵੇ, ਜ਼ਮੀਨ ਪੱਧਰੀ ਕਰ ਦਿੱਤੀ ਜਾਵੇ। ਜਿੱਥੇ ਸੰਸਕਾਰ ਕੀਤਾ ਗਿਆ ਹੋਵੇ ਉੱਥੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਮੜੀ, ਸਮਾਧੀ, ਦਿਉਰਾ, ਮੱਠ ਆਦਿ ਬਣਾਉਣੇ ਜਿਹੜੇ ਨੇ ਇਹ ਮਨਮਤ ਨੇ, ਇਹ ਮਨਾ ਕੀਤੀ ਗਈ ਹੈ। ਸੰਸਕਾਰ ਕਰਨ ਤੋਂ ਬਾਅਦ 1 ਅੱਧੇ ਦਿਨ ਤੱਕ ਅੰਗੀਠਾ ਸਬੂਤ ਦੇਣਾ ਚਾਹੀਦਾ। ਇਸ ਵਿੱਚ ਸੋਮ, ਮੰਗਲ, ਬੁੱਧ ਜਾਂ 3-4 ਦਿਨਾਂ ਦਾ ਕੋਈ ਵਿਚਾਰ ਨਹੀਂ। ਕਈ ਬੰਦੇ ਐਤਵਾਰ ਨੂੰ ਅੰਗੀਠਾ ਨਹੀਂ ਸਾਂਭਦੇ, ਕਦੋਂ ਛੁੱਟੀ ਵਾਲਾ ਦਿਨ ਹੁੰਦਾ ਤਾਂ ਨਹੀਂ ਸਾਂਭਦੇ, ਇਹ ਵੀ ਭਰਮ ਪਾਇਆ ਜਾਂਦਾ ਜੀ ਐਤਵਾਰ ਇਕੱਠਾ ਨਹੀਂ ਕਰਨਾ, ਨਹੀਂ ਉੱਥੇ ਐਤਵਾਰ ਸੌਣ ਦਾ ਦਿਨ ਹੁੰਦਾ ਤਾਂ ਨਹੀਂ ਇਕੱਠਾ ਕਰਨਾ। ਇਹ ਸਾਨੂੰ ਤਾਂ ਅਜੇ ਤੱਕ ਸਮਝ ਆਈ ਨਹੀਂ ਵੀ ਇਹਦੇ ਚ ਕੀ ਰਵਾਇਤ ਆ, ਕੀ ਮਰਿਆਦਾ, ਕੀ ਨਹੀਂ ਹੈ। ਇਹਦੇ ਬਾਰੇ ਸਾਨੂੰ ਕੋਈ ਅਜੇ ਤੱਕ ਵੀ ਸਮਝ ਨਹੀਂ ਆਈ। ਇੱਥੇ ਦਾ ਸਿਰਾ ਜੋ ਰਵਾਇਤ ਸਾਨੂੰ ਦੱਸੀ ਗਈ ਹੈ, ਕਈ ਵਾਰੀ ਅਸੀਂ ਇਹ ਚ ਵੀ ਦੇਖਦੇ ਆ ਵੀ ਭਰਮਾਂ ਬਖੰਡਾਂ ਚ ਜਿਹੜੇ ਫਸੇ ਹੋਏ ਲੋਕੀ ਆ ਉਹ ਸਵਾਹ ਵਿੱਚੋਂ ਇਹ ਆਤਮਾ ਰਾਮ ਲੱਭਦੇ ਦੇਖੇ ਹੁੰਦੇ ਵੀ ਆਤਮਾ ਰਾਮ ਲੱਭਣਾ ਇਹਦੇ ਚ, ਇਹ ਚ ਆਤਮਾ ਰਾਮ ਕਿੱਥੇ। ਮੈਂ ਵੀ 1-2 ਮੈਨੂੰ ਬਹੁਤ ਵਾਰੀ ਇੱਥੇ, ਕਿਉਂਕਿ ਮੈਂ ਆਮ ਤੌਰ ਤੇ ਹੀ ਅੰਗੀਠੇ ਸੰਭਾਲਣ ਦੇ ਵਿੱਚ ਮੈਂ ਕਾਫੀ ਜ਼ਿਆਦਾ ਗਿਣਤੀ ਚ ਗਿਆ, ਤੇ ਕਈ ਵਾਰੀ ਦੂਜੇ ਮਤਾਂ ਦੇ ਨਾਲ ਵੀ ਦੇਖਿਆ ਜਾ ਕੇ ਉਹ ਆਤਮਾ ਰਾਮ ਲੱਭਦੇ ਆ ਵੀ ਆਤਮਾ, ਮੈਨੂੰ ਇਹ ਅਜੇ ਤੱਕ ਨਹੀਂ ਪਤਾ ਵੀ ਆਤਮਾ ਰਾਮ ਕਿਹਨੂੰ ਕਹਿੰਦੇ ਆ, ਪਰ ਉਹ ਉੱਥੇ ਕਹਿਣਗੇ ਆਤਮਾ ਰਾਮ ਲੱਭਾ ਨਹੀਂ, ਆਤਮਾ ਰਾਮ ਲੱਭਾ ਨਹੀਂ, ਇਹ ਪਤਾ ਨਹੀਂ ਕਿ ਆਤਮਾ ਰਾਮ ਕੀ ਹੈ। ਇਹ ਤਾਂ ਲੀਪ ਖੰਡ ਤੇ ਨੋਲ ਮਤਵਾਦੀ ਹੈ। ਹੈਰਾਨੀ ਦੀ ਗੱਲ ਹੋਰ ਵੀ ਇਹਦੇ ਚ ਹੈਗੀ ਹੈ ਕਿ ਪੰਡਤ ਨੂੰ ਸਵਾਹ ਵਿੱਚੋਂ ਪਿੱਤਲ ਦਾ ਗੁੱਛਾ ਜਿਹਾ ਲੱਭ ਕੇ ਘਰਦਿਆਂ ਨੂੰ ਵੀ ਕਿਤੇ ਦਫਣਾਉਂਦਿਆਂ ਦੇਖਿਆ, ਲੋ ਜੀ ਆਤਮਾ ਰਾਮ ਇਹ ਹੈ। ਕੋਈ ਤੇ ਪਤਾ ਨਹੀਂ ਰਾਤ ਨੂੰ ਸੁੱਟ ਦਿੱਤਾ ਹੋਵੇ, ਪੰਡਤ ਜੀ ਨੇ ਕਿਤੇ ਸੁੱਟਤਾ ਹੋਵੇ ਤੇ ਆਤਮਾ ਰਾਮ ਦੇਣ ਦੇ ਲਈ ਦਸ਼ਣਾ ਜ਼ਿਆਦਾ ਮਿਲਦੀ ਹੋਏ, ਕਿ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ, ਪਰ ਦੇਖਿਆ ਗਿਆ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਵੀ ਕੰਮ ਜਿਹੜਾ ਚੱਲਦਾ। ਤੋ ਸਪਸ਼ਟ ਹੈਗਾ ਕਿ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ, ਜਠੇਰਿਆਂ ਦੇ ਸਥਾਨ ਬਣਾਉਣੇ। ਅੱਜ ਕੱਲ੍ਹ ਪੰਜਾਬ ਦੀ ਧਰਤੀ ਜਠੇਰਿਆਂ ਨਾਲ ਭਰੀ ਪਈ ਹੈ ਵੀ ਸਾਡੇ ਵੱਡੇ ਵਡੇਰੇ ਆ ਜੀ, ਜਠੇਰੇ ਮਰ ਗਏ ਜੀ, ਉਹਨਾਂ ਦੀ ਬੜੀ ਬਣਾ ਦਿਓ, ਉੱਥੇ ਹਰ ਸਾਲ ਸਮਾਗਮ ਕਰੋ। ਸਮਾਗਮ ਵੀ ਕਾਹਦੇ ਕਰੋ, ਪਖੰਡ ਕਰੋ, ਉਹਨਾਂ ਦੀਆਂ ਮੜੀਆਂ ਦੇ ਉੱਤੇ ਪਾਠ ਰਖਾਓ, ਉਹਨਾਂ ਦੀਆਂ ਯਾਦਗਾਰਾਂ ਬਣਾਓ। ਇਹ ਅਸਲ 'ਚ ਸ਼ਖਸੀ ਪੂਜਾ ਦਾ ਇੱਕ ਬਦਲਵਾਂ ਜਿਹਾ ਰੂਪ ਹੈ, ਜਿਹੜਾ ਸ਼ਖਸੀ ਪੂਜਾ ਦਾ ਇੱਕ ਬਦਲਵਾਂ ਜਿਹਾ ਰੂਪ ਹੈ। ਸਤਿਗੁਰੂ ਜੀ ਨੇ ਤਾਂ ਸਾਨੂੰ ਕਉ ਮਤਾਨ ਕੋ ਪੂਜਿਤ ਹੈ ਪਸ਼, ਕਉ ਮਤਾਨ ਕੋ ਪੂਜਨ ਧਾਇਓ, ਪੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਾਹੇ ਕੋ ਪੂਜਿਤ ਹੋ ਪਾਹਣ ਕੋ, ਕਿਸ ਪਾਹਣ ਮੈਂ ਪਰਮੇਸ਼ਰ ਨਾਹੀਂ। ਇਹ ਵੀ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਾਲ ਉਸਤਤ ਦੇ ਵਿੱਚ। ਉਹ ਇੱਕ ਸੋਈਏ ਅਸੀਂ ਰੋਜ਼ ਤਾਂ ਪੜ੍ਹਦੇ ਹਾਂ, ਕਉ ਮਤਾਨ ਕੋ ਪੂਜਿਤ ਹੈ ਪਸ਼, ਕਉ ਮਤਾਨ ਕੋ ਪੂਜਨ ਧਾਇਓ, ਪੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਝੂਠੀਆਂ ਕਿਰਿਆਵਾਂ ਦੇ ਵਿੱਚ ਸਮਾਜ ਫਸਿਆ ਹੋਇਆ। ਸ਼੍ਰੀ ਭਗਵਾਨ ਪਰਮਾਤਮਾ ਦਾ ਭੇਦ ਇਸ ਢੰਗ ਦੇ ਨਾਲ ਨਹੀਂ ਮਿਲਦਾ। ਇਸ ਤਰ੍ਹਾਂ ਨਵੇਂ ਇਹ ਇਤਿਹਾਸਕ ਸਥਾਨਾਂ 'ਚ ਵਾਧਾ ਹੀ ਹੋ ਰਿਹਾ। ਮੈਂ ਦੇਖਿਆ ਆਮ ਤੌਰ ਤੇ ਡੇਰਿਆਂ ਦੇ ਵਿੱਚ ਪੁਰਾਣੇ ਬਾਬਿਆਂ ਦੀਆਂ ਯਾਦਗਾਰਾਂ ਬਹੁਤ ਬਣਦੀਆਂ ਨੇ। ਉਹਨਾਂ ਦੀਆਂ ਜੁੱਤੀਆਂ, ਉਹਨਾਂ ਦੇ ਸਲੀਪਰ, ਉਹਨਾਂ ਦੇ ਟਾਇਲਟ ਜਿਹੜੀਆਂ ਸੀਟਾਂ ਉਹ ਵੀ ਸਾਂਭ ਕੇ ਰੱਖੀਆਂ ਮਿਲਦੀਆਂ, ਉਹ ਵੀ ਯਾਦਗਾਰ, ਤੇ ਉਹਨਾਂ ਨੂੰ ਲੋਕੀ ਮੱਥਾ ਟੇਕਦੇ ਦੇਖੇ ਨੇ। ਪਰ ਇਹ ਦੱਸੋ ਜੀ, ਇਹ ਹੈਰਾਨੀ ਦੀ ਗੱਲ ਨਹੀਂ, ਸਾਡੀ ਸੋਚ ਨੂੰ ਬਿਲਕੁਲ ਤਾਲਾ ਹੀ ਲੱਗ ਗਿਆ ਵੀ ਅਸੀਂ ਆਪਣੀ ਸੋਚ ਨੂੰ ਬਿਲਕੁਲ ਹੀ ਉਹਨਾਂ ਦੇ ਕਬਜ਼ੇ 'ਚ ਦੇ ਦਿੱਤਾ, ਜਿਵੇਂ ਮਰਜ਼ੀ ਚਾਬੀ ਲਾ ਕੇ ਉਹਨੂੰ ਖੋਲ ਲੈਣ।
ਹੈਰਾਨੀ ਦੀ ਗੱਲ ਇਹ ਹੈ ਵੀ ਜੁੱਤੀ ਨੂੰ ਰੱਖ ਕੇ ਜਾਂ ਸਲੀਪਰ ਰੱਖ ਕੇ ਜਾਂ ਖੜਾਵਾਂ ਰੱਖ ਕੇ ਉਹਨੂੰ ਮੱਥੇ ਟਿਕਾਈ ਜਾਓ, ਅਸੀਂ ਮੱਥੀ ਟੇਕੇ ਜਾ ਰਹੇ ਹਾਂ। ਬਾਬਾ ਜੀ ਦੀ ਖੜਾ ਹੈ, ਬਾਬਾ ਜੀ ਦਾ ਸਲੀਪਰ ਹੈ, ਬਾਬਾ ਜੀ ਦਾ ਫਲਾਣੀ ਚੀਜ਼ ਹੈ। ਇਹ ਜਿਹੜਾ ਨਾਲ ਹੋਰ ਦੁੱਖ ਦੀ ਗੱਲ ਹੈ ਵੀ ਉਹਦੇ ਨਾਲ ਸਾਹਿਬ ਲਫ਼ਜ਼ ਵੀ ਜੋੜਿਆ ਜਾਂਦਾ ਵੀ ਇਸ ਬਾਬਾ ਸਾਹਿਬ ਫਲਾਣੇ ਸਾਹਿਬ ਜੀ ਦੀ ਇਹ ਯਾਦਗਾਰ ਹੈ। ਸਾਹਿਬ ਲਫ਼ਜ਼ ਇੱਕ ਮਰੇ ਹੋਏ ਜਿਹੜੇ ਇਹ ਪੁਰਾਣੇ ਸਰੀਰਾਂ ਦੇ ਨਹੀਂ ਜੁੜ ਸਕਦਾ। ਸਾਹਿਬ ਲਫ਼ਜ਼ ਸਤਿਗੁਰੂ ਜੀ ਦੀ ਰਾਖਾ ਸ਼ਬਦ ਸੀ, ਰਖਵਾਲਾ ਸ਼ਬਦ ਸੀ, ਜਿਸ ਨੂੰ ਅਸੀਂ ਬਹੁਤ ਹੀ ਹਲਕਾ ਜਿਹਾ ਕਰਕੇ ਰੱਖ ਦਿੱਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ। ਉੱਥੇ ਹੁਣ ਬਾਬੇ ਸਾਹਿਬ ਕਰਕੇ ਬੋਲਿਆ ਜਾਂਦਾ ਵੀ ਬਾਬੇ ਦੀ ਯਾਦਗਾਰ ਦੇ ਨਾਲ ਸਾਹਿਬ ਲੈ ਕੇ ਉਹਨਾਂ ਨੂੰ ਸਾਹਿਬ ਲਫ਼ਜ਼ ਦੇਖਿਆ ਮਿਲਦਾ। ਇਹ ਲਈ ਕੌਮੀ ਚੇਤਨਤਾ ਤੇ ਪੰਥਕ ਜਜ਼ਬਾਤਾਂ, ਪੰਥਕ ਜਜ਼ਬਾ ਜਿਹੜਾ ਹੈ ਜਾਂ ਜਾਬਤਾ ਕੋਈ ਹੋਵੇ ਐਸਾ ਹੁੰਦਾ, ਉਹੀ ਠੱਲ ਪਾ ਸਕਦਾ। ਜਾਂ ਸਾਡੀ ਕੇਂਦਰੀ ਜਿਹੜੀ ਸੰਸਥਾ ਉਹ ਤਕੜੀ ਹੋਵੇ ਤੇ ਉਹ ਇਹਨੂੰ ਠੱਲ ਪਾ ਸਕਦੀ। ਇੱਕ ਮੈਂ ਉਦਾਹਰਨ ਹੋਰ ਵੀ ਦੇਣਾ ਚਾਹੁੰਦਾ। ਪੰਜਾਬੀ ਸੂਬੇ ਦਾ ਜਦੋਂ ਮੋਰਚਾ ਲੱਗਾ, ਅਕਾਲ ਤਖਤ ਸਾਹਿਬ ਦੇ ਨਾਲ ਦੀ ਇਮਾਰਤ ਦੇ ਹਵਨ-ਕੁੰਡ ਤਿਆਰ ਕੀਤੇ। ਇਹਨਾਂ ਤੇ ਲਿਖਿਆ ਸੀ ਕਿ ਨਾ ਹਵਨ-ਕੁੰਡਾਂ ਵਿੱਚ ਸ਼੍ਰੀ ਮਾਨ ਸੰਤ ਬਾਬਾ ਫਤਿਹ ਸਿੰਘ ਜੀ ਨੇ ਸੜ ਕੇ ਮਰਨਾ ਹੈ। ਹਵਨ-ਕੁੰਡਾਂ ਦੇ ਉੱਤੇ ਲਿਖਿਆ ਸੀ। ਸ਼ਰੇਆਮ ਕੌਮੀ ਗੈਰਤ ਤੇ ਮਰਿਆਦਾ ਨੂੰ ਚੁਣੌਤੀ ਸੀ, ਕਿਉਂਕਿ ਹਵਨ-ਕੁੰਡ ਬਣਾਉਣੇ ਸਿੱਖ ਮਰਿਆਦਾ ਨਹੀਂ ਹੈ। ਵੈਸੇ ਤਾਂ ਵਰਤ ਰੱਖਣੀ ਸਿੱਖ ਮਰਿਆਦਾ ਨਹੀਂ ਹੈ। ਇਹ ਵੀ ਅਸੀਂ ਦੂਜੇ ਧਰਮਾਂ ਤੋਂ ਸਿੱਖ ਲਈ, ਭੁੱਖ ਮਰਨ ਵਰਤ ਰੱਖਣੇ ਸਾਡੀ ਮਰਿਆਦਾ ਨਹੀਂ ਹੈ। ਜੱਦੋ-ਜਹਿਦ ਕਰਨੀ ਸਾਡੀ ਮਰਿਆਦਾ। ਵਰਤਾਂ ਰੱਖ ਕੇ ਦੀ ਫਿਲਾਸਫੀ ਸਿੱਖੀਜ਼ਮ ਚ ਹੈ ਨਹੀਂ ਸੀ, ਮਰਨ ਵਰਤ ਰੱਖਣ ਦੀ, ਸੜ ਕੇ ਮਰਨ ਦੀ। ਇਹ ਤਾਂ ਸ਼ਰੇਆਮ ਕੌਮੀ ਗੈਰਤ ਦੀ ਇੱਕ ਜਿਹੜਾ ਸੀ ਚੈਲੰਜ ਸੀ। ਪਰ ਉਸ ਵੇਲੇ ਦੀ ਜਿਹੜੀ ਸਰਕਾਰ ਤੇ ਅਕਾਲੀ ਦਲ ਜਿਹੜਾ ਸੀ, ਉਹ ਰਾਜਨੀਤਿਕ ਲਾਭ ਉਠਾਉਣ ਦੇ ਲਈ ਇਹਨਾਂ ਹਵਨ ਕੁੰਡਾਂ ਨੂੰ ਹਟਾਉਣ ਲਈ ਬਿਲਕੁਲ ਤਿਆਰ ਨਹੀਂ ਸੀ। ਬਿਲਕੁਲ ਕਹਿੰਦੇ ਤਿਆਰ ਨਹੀਂ। ਆਖਰ ਪੰਥਕ ਰੋਹ ਦੇ ਅੱਗੇ ਮੈਂ ਫਿਰ ਬੇਨਤੀ ਕਰਦਾ, ਕੱਲ ਸੋ ਗੱਲਬਾਤ ਚੱਲ ਰਹੀ ਸੀ ਵੀ ਕਿਵੇਂ ਇਹਨਾਂ ਨੂੰ ਠੱਲ ਪਾਈ ਜਾ ਸਕਦੀ ਹੈ, ਚੇਂਜ ਕਿੱਦਾਂ ਲਿਆਈ ਸਕਦੀ ਹੈ। ਸੰਗਤ ਦੀ ਰੋਹ ਜਿਹੜਾ ਚੇਂਜ ਲਿਆ ਸਕਦਾ ਹੈ। ਪੰਥਕ ਰੋਹ ਦੇ ਅੱਗੇ ਦੇਖਦਿਆਂ ਉਹ ਫਿਰ ਹਵਨ ਕੁੰਡਾਂ ਨੂੰ ਉੱਥੋਂ ਹਟਾਉਣਾ ਪਿਆ ਤੇ ਇੱਕ ਮਤਾ ਪਾਸ ਕੀਤਾ ਗਿਆ। ਇਹ ਵੀ ਪ੍ਰਵਾਨ ਕੀਤਾ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਦੀ ਇਮਾਰਤ ਤੇ ਬਣਿਆ ਹਵਨ ਕੁੰਡ, ਜੋ ਸੰਤ ਬਾਬਾ ਫਤਿਹ ਸਿੰਘ ਜੀ ਦੀ ਪੰਜਾਬੀ ਸੂਬੇ ਦੀ ਪ੍ਰਾਪਤੀ ਦੀ ਯਾਦਗਾਰ ਹੈ, ਕਾਇਮ ਰੱਖਣਾ ਜ਼ਰੂਰੀ ਹੈ। ਪਰੰਤੂ ਬੁੰਗਾ ਮਹਾਰਾਜ ਸ਼ੇਰ ਸਿੰਘ ਜੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਲੱਗਦੀ ਇਮਾਰਤ ਨੂੰ ਪਰਿਕਰਮਾ ਸਕੀਮ ਅਧੀਨ ਸ਼ਾਨਦਾਰ ਬਣਾਉਣ ਲਈ ਇਹ ਹਵਨ ਕੁੰਡ ਮੌਜੂਦਾ ਥਾਂ ਤੋਂ ਬਦਲ ਕੇ ਪੰਜਾਬੀ ਸੂਬੇ ਦੀ ਪ੍ਰਾਪਤੀ ਦੀ ਯਾਦ ਵਿੱਚ ਬਣਨ ਵਾਲੀ ਯਾਦਗਾਰ ਵਿਖੇ ਯਾਦਗਾਰ ਤੌਰ ਤੇ ਰੱਖਿਆ ਜਾਵੇਗਾ। ਪਰ ਹੁਣ ਦੇ ਨਾ ਤਾਂ ਪੰਜਾਬੀ ਸੂਬੇ ਦੀ ਕੋਈ ਯਾਦਗਾਰ ਬਣੀ ਤੇ ਨਾ ਹੀ ਉਹ ਹਵਨ ਕੁੰਡ ਕਿਤੇ ਰੱਖੇ ਗਏ। ਤੇ ਇਹ ਗੱਲ ਜਿਹੜੀ ਸੀ ਉੱਥੋਂ ਸੰਗਤ ਦੇ ਰੋਹ ਕਰਕੇ ਜਿਹੜੀ ਅਕਾਲੀ ਦਲ ਨੇ ਆਪਣਾ ਵੀ ਬਚਾਅ ਕਰ ਲਿਆ, ਇਹ ਕਹਿ ਕੇ ਵੀ ਅਸੀਂ ਉਹਦੀ ਯਾਦਗਾਰ ਰੱਖਾਂਗੇ, ਤੇ ਦੂਜੇ ਪਾਸੇ ਪੰਥਕ ਰੋਹ ਦੇ ਅੱਗੇ ਝੁਕਦਿਆਂ ਹੋਇਆਂ ਉਹਨਾਂ ਨੂੰ ਹਵਨ ਕੁੰਡ ਜਿਹੜੇ ਸੀ ਉਹ ਵੀ ਢਾਉਣੇ ਪੈ ਗਏ। ਇਤਿਹਾਸਕ ਜਿਹੜੀਆਂ ਇਮਾਰਤਾਂ ਹਨ ਜਾਂ ਗੁਰਦੁਆਰੇ ਹਨ, ਇਹਨਾਂ ਦੇ ਬਰਾਬਰ ਹੋਰ ਗੁਰਦੁਆਰੇ ਬਣਾਉਣੇ ਚੰਗੀ ਗੱਲ ਨਹੀਂ। ਮੌਜੂਦਾ ਸਮੇਂ ਵਿੱਚ ਇਹ ਕੁਝ ਵਾਪਰਿਆ, 84 ਦੇ ਘੱਲੂਘਾਰੇ ਵਾਪਰਨ ਤੋਂ ਬਾਅਦ ਵੀ ਕੁਝ ਵਾਪਰਿਆ। ਪਰਿਕਰਮਾ ਦੇ ਵਿੱਚ ਹੋਰ ਚੀਜ਼ਾਂ ਬਣਾਈਆਂ ਗਈਆਂ। ਇਹ ਕੁਛ ਗੱਲ ਹੋਈ ਜੱਜਦੀ ਨਹੀਂ ਹੈ, ਪਰ ਕਿਉਂਕਿ ਪੰਥਕ ਕੇਂਦਰ ਜਥੇਬੰਦੀ ਨੇ ਫੈਸਲੇ ਕੀਤੇ ਹਨ, ਇਹਦੇ ਬਾਰੇ ਅਸੀਂ ਹੋਰ ਆਪਣੀ ਵਿਚਾਰ ਨਹੀਂ ਦੇ ਸਕਦੇ। ਲੇਕਿਨ ਜੋ ਮਰਿਆਦਾ 'ਚ ਲਿਖਿਆ ਹੋਇਆ ਉਹ ਸਪਸ਼ਟ ਹੈ ਕਿ ਯਾਦਗਾਰ ਬਣਾਉਣੀ ਜਾਂ ਹੋਰ ਦਿਉਰੇ ਮੜੀਆਂ ਜਾਂ ਮਸੀਤ ਬਣਾਉਣੀਆਂ ਇਹ ਮਨਮਤ ਹਨ। ਇੱਥੇ ਨਾ ਤਾਂ ਗੱਲ ਬੜੀ ਸਪਸ਼ਟ ਹੋ ਗਈ, ਕਿੰਨੀ ਸਪਸ਼ਟ ਹਦਾਇਤ ਕੀਤੀ ਗਈ ਹੈ ਵੀ ਹੱਡੀਆਂ ਸਮੇਤ ਮੀਠੇ ਨੂੰ ਇਕੱਠਾ ਕਰ ਲੈਣਾ। ਪਰ ਜਿਹੜਾ ਲੀਡਰ ਮਰਦਾ, ਭਾਵੇਂ ਪ੍ਰਧਾਨ ਮਰੇ ਤਾਂ ਕਿਹੜੇ ਉੱਥੋਂ ਚੁੱਕ ਕੇ ਉਹਦੇ ਪਿੰਡਾਂ ਚੋਂ ਉਹਨੂੰ ਪਿੰਡ ਘੁਮਾ ਕੇ ਤਾਂ ਹੱਡੀਆਂ ਜਿਹੜੀਆਂ ਜਾ ਕੇ ਉੱਥੇ ਕੀਰਤਪੁਰ ਸਾਹਿਬ ਪਾਈਆਂ ਜਾਂਦੀਆਂ। ਬੜੀ ਕਮਾਲ ਦੀ ਗੱਲ ਹੈ ਵੀ ਜੇ ਅਸੀਂ ਹੀ ਪੰਥ ਦੇ ਮਦਈ ਹੀ ਪੰਥ ਦੀ ਇਸ ਮਰਿਆਦਾ ਨੂੰ ਨਹੀਂ ਮੰਨਣਗੇ, ਫਿਰ ਕਿਧਰੀ ਬਣਾਈ ਹੈ, ਕੌਣ ਮੰਨੇਗਾ ਇਸ ਮਰਿਆਦਾ ਨੂੰ? ਉਹਨਾਂ ਦੀ ਦੇਖਾ ਦੇਖੀ ਹੋਰ ਵੀ ਨਹੀਂ ਮੰਨਦੇ। ਫਰਕ ਕੀ ਹੋਇਆ? ਕੋਈ ਹਰਿਦੁਆਰ ਪਾਉਂਦਾ ਸੀ ਤੂੰ ਕੀਰਤਪੁਰ ਸਾਹਿਬ ਪਾ ਲਈਆਂ, ਜਾਂ ਇਹਦੇ ਚ ਫਰਕ ਕੀ ਹੈ? ਕੋਈ ਫਰਕ ਨਹੀਂ ਹੈ। ਨਾਲੇ ਮ੍ਰਿਤਕ ਪ੍ਰਾਣੀ ਖਤਮ ਹੋ ਗਿਆ, ਮਰ ਗਿਆ, ਸੰਸਕਾਰ ਹੋ ਗਿਆ, ਸੁਆਹ ਚੁੱਕੀ, ਜਿੱਥੇ ਮਰਜ਼ੀ ਉਹਨੂੰ ਪਾ ਦਈਏ, ਤਾਂ ਤੁਸੀਂ ਭਾਵੇਂ ਫਿਰ ਖੇਤਾਂ 'ਚ ਪਾ ਦਿਓ, ਉਹਦੇ ਨਾਲ ਕੀ ਫਰਕ ਪੈਣਾ? ਕੁਛ ਨਹੀਂ ਫਰਕ ਪੈਂਦਾ।
ਗੱਲ ਤਾਂ ਉੱਥੋਂ ਦੀ ਸਫਾਈ ਨਾਲ ਹੈ ਵੀ ਉੱਥੇ ਹੋਰ ਸੰਸਕਾਰ ਹੋਣੇ ਨੇ, ਇਸ ਕਰਕੇ ਉਸ ਜਗ੍ਹਾ ਦੀ ਸਫਾਈ ਹੋਣੀ ਚਾਹੀਦੀ ਹੈ। ਇਸ ਸਾਡੀ ਜਿਹੜੀ ਦੇਖਾ ਦੇਖੀ ਗੱਲ ਹੋ ਗਈ ਤੇ ਅਸੀਂ ਇਹੋ ਜਿਹਾ ਕੰਮ ਜਿਹੜਾ ਸੀ ਉਹ ਕਰਨ ਲੱਗ ਪਏ। ਦੇਖੋ ਜਿਹੜੇ ਕ੍ਰਿਸਚਨ ਸੀ ਉਹ ਜਦੋਂ ਦੱਬਦੇ ਸੀ ਮੁਰਦੇ ਨੂੰ ਨਾ, ਫਿਰ ਉੱਥੇ ਇੱਕ ਸਿੱਲ ਜੀ ਲਾ ਦਿੰਦੇ, ਪੱਥਰ ਜਿਹਾ ਲਾ ਦਿੰਦੇ ਆ। ਅਸੀਂ ਉਹਨਾਂ ਵੱਲ ਦੇਖ ਕੇ ਹੀ ਜਾਂ ਨਾ ਅਸੀਂ ਸਿੱਲ ਕੋਈ ਲਾਉਣੀ ਹੈ ਤੇ ਨਾ ਹੀ ਇਸਲਾਮ ਦੇ ਪਨਾਈਆਂ ਵਾਂਗੂ ਦੇਖ ਕੇ ਉੱਥੇ ਆਪਾਂ ਕੋਈ ਮੜੀਆਂ ਜਾਂ ਕਬਰ ਬਣਾਉਣੀਆਂ ਨੇ, ਉੱਚੀ ਕਰਨੀ ਹੈ ਜਾਂ ਉੱਚੀ ਜਗ੍ਹਾ ਬਣਾਉਣੀ ਹੈ, ਤੇ ਨਾ ਹੀ ਅਸੀਂ ਸਨਾਤਨੀ ਮਤ ਵਾਂਗ ਮੜੀਆਂ ਬਣਾਉਣੀਆਂ ਨੇ, ਕਿਉਂਕਿ ਮੜੀਆਂ ਸਮਾਧਾਂ ਦੇ ਡੇਰੇ ਇਹ ਪੂਜਾ ਮਾਨਤਾ ਦੀ ਸਿੱਖੀ ਮੰਡਲ ਵਿੱਚ ਕੋਈ ਥਾਂ ਨਹੀਂ। ਇੱਥੇ ਦਾ ਸਿੱਧਾ ਸਿਧਾਂਤ ਹੈ, ਦੁਬਦਾ ਨਾ ਪੜੂੰ ਹਰ ਬਿਨ ਹੋਰ ਨਾ ਪੂਜੂ, ਬੜੇ ਮਸਾਨ ਨਾ ਜਾਈ। ਇੱਥੇ ਵੀ ਬਿਲਕੁਲ ਸਿਧਾਂਤ ਸਪਸ਼ਟ ਹੈ। ਜੇ ਨਹੀਂ ਤਾਂ 33 ਸਵਈਆਂ ਚੋਂ ਪਹਿਲਾ ਸਵਈਆ ਪੜ੍ਹ ਕੇ ਦੇਖ ਲਓ ਕਲਗੀਧਰ ਪਾਤਸ਼ਾਹ ਦਾ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਘੋਰ ਮੜੀ ਮਟ ਭੂਲ ਨਾ ਮਾਨੇ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਾ ਏਕ ਪਛਾਨੇ, ਪੂਰਨ ਜੋਤ ਜਗੇ ਘਟ ਮਹਿ, ਤਬ ਖਾਲਸ ਤਾਹੇ ਨਿਖਾਲਸ ਜਾਣੇ। ਸ਼ੁੱਧ ਤੇ ਅਸਲੀ ਖਾਲਸਾ, ਨਿਖਾਲਸ ਅਸਲੀ ਸ਼ੁੱਧ ਰੂਪ ਵਿੱਚ ਖਾਲਸਾ ਕੌਣ ਹੈ ਜਿਹੜਾ ਆਹ ਕੰਮ ਕਰੇਗਾ? ਕਿਹੜੇ? ਜਾਗਤ ਜੋਤ, ਸਿਰਫ ਇੱਕ ਜੋਤ ਦਾ ਪੁਜਾਰੀ, ਇੱਕ ਓੰਕਾਰ ਦਾ ਪੁਜਾਰੀ ਹੈ ਖਾਲਸਾ। ਜਾਗਤ ਜੋਤ ਸ਼ਬਦ ਗੁਰੂ ਦਾ ਪੁਜਾਰੀ ਹੈ। ਨਿਸਵਾਸਰ, ਦਿਨ ਰਾਤ ਹਰ ਸਮੇਂ, ਇੱਕ ਬਿਨਾ, ਉਸ ਜੋਤ ਤੋਂ ਬਿਨਾ ਮਨ ਨੈਕ ਰਤੀ ਭਰ ਵੀ ਮਨ ਕਿਤੇ ਹੋਰ ਤੇ ਨਾ ਟਿਕੇ, ਕਿਤੇ ਹੋਰ ਪਾਸੇ ਨਾ ਭਟਕੇ। ਪੂਰਨ ਪ੍ਰੇਮ ਪ੍ਰਤੀਤ, ਪੂਰਾ ਵਿਸ਼ਵਾਸ, ਪੂਰਾ ਪਿਆਰ, ਪੂਰਾ ਭਰੋਸਾ ਆਪਣੇ ਇੱਕ ਦੇ ਉੱਤੇ ਹੋਵੇ। ਤੇ ਉਸ ਤੋਂ ਅੱਗੇ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ, ਵਰਤਾਂ ਨੂੰ ਨਾ ਰੱਖੇ। ਅਮਰ ਵਰਤ ਦੀਆਂ ਗੱਲਾਂ ਆਈਆਂ ਸੀ। ਗੋਰ ਕਬਰਾਂ ਬਣਾਉਣੀਆਂ, ਮੜੀਆਂ ਬਣਾਉਣੀਆਂ, ਮੱਠ ਬਣਾਉਣੇ, ਯਾਦਗਾਰਾਂ ਬਣਾਉਣੀਆਂ, ਭੁੱਲ ਕੇ ਵੀ ਨਾ ਮੰਨ ਲਵੇ। ਆਮ ਹਾਲਤਾਂ 'ਚ ਤਾਂ ਕੀ ਕਹਿੰਦੇ, ਭੁੱਲ ਕੇ ਵੀ ਇਹ ਕੰਮ ਨਾ ਕਰੇ। ਤੀਰਥ ਦਾਨ ਦਇਆ ਤਪ ਸੰਜਮ, ਦਿਖਾਵੇ ਦੇ ਦਾਨ ਕਰਨੇ, ਤੀਰਥਾਂ ਤੇ ਜਾ ਕੇ ਦਿਖਾਵੇ ਦੇ ਇਸ਼ਨਾਨ ਕਰਨੇ, ਤੇ ਦਿਖਾਵੇ ਦੇ ਦਾਨ ਕਰਨੇ, ਫਿਰ ਉਹਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ ਵਾਲੀ ਬਿਰਤੀ ਰੱਖਣੀ, ਤਪ ਕਰਨੇ, ਸੰਜਮ ਕਰਨੇ, ਇੰਦਰੀਆਂ ਨੂੰ ਕਾਬੂ ਰੱਖਣ ਲਈ ਕਈ ਤਰ੍ਹਾਂ ਦੇ ਪਖੰਡ ਕਰਨੇ। ਤੀਰਥ ਤਾਲ ਦਇਆ ਤਪ ਸੰਜਮ, ਏਕ ਬਿਨਾ ਨਾ ਏਕ ਪਛਾਨੇ, ਕਹਿੰਦੇ ਇਹਨਾਂ ਨੂੰ ਪਛਾਣੇ ਹੀ ਨਾ, ਇੱਕ ਕਾਲ ਰੂਪ ਤੋਂ ਛੁੱਟ ਕਿਸੇ ਹੋਰ ਦੇ ਨਾਲ ਸਾਂਝੀ ਨਾ ਪਾਵੇ। ਪੂਰਨ ਪ੍ਰੇਮ ਪ੍ਰਤੀਤ ਸਜੇ, ਫਿਰ ਇਹ ਅਸਲੀ ਗੱਲ ਸਾਰੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਮਝਾਈ ਹੈ। ਕਹਿੰਦੇ ਜਦੋਂ ਫਿਰ ਗਿਆਨ ਦੀ ਜੋਤ ਦੇ ਅੰਦਰ ਬਲ ਜਾਂਦੀ ਹੈ, ਪੂਰਨ ਜੋਤ ਜਗੇ ਘਟ ਮਹਿ, ਹਿਰਦੇ ਵਿੱਚ ਕਿਹੜੀ ਜੋਤ ਜਗੇ? ਜਿਹੜੀ ਦੀਵਾ ਬਲੇ ਹਨੇਰਾ ਜਾਏ ਵਾਲੀ ਹੈ, ਜਿਹੜਾ ਸਤਿਗੁਰ ਸ਼ਬਦ ਉਜ਼ਾਰੋ ਦੀਪਾ, ਬੇਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ, ਖੁੱਲੀ ਰੂਪਾ ਭਰੀ ਜੋਤ ਹੈ। ਉਹ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਕੋਈ ਚਾਨਣ ਉਹ ਸੁਖਿਆ ਚੁੱਕਾ ਜਮ ਸੋ ਮੇਲ। ਇਸ ਜੋਤ ਦੀ ਗੱਲ ਕੀਤੀ ਗਈ, ਇਸ ਰੋਸ਼ਨੀ ਦੀ ਗੱਲ ਕੀਤੀ ਗਈ। ਗੁਰੂ ਸਾਹਿਬ ਜੀ ਨੇ ਸਾਨੂੰ ਇਹਨਾਂ ਭਰਮਾਂ ਵਹਿਮਾਂ ਪਖੰਡਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਪਰ ਪੂਰਨ ਜੋਤ ਜਗੇ ਘਟ ਮੈਂ, ਗਿਆਨ ਦੀ ਜੋਤ ਪੂਰੀ ਤਰ੍ਹਾਂ ਜਗਮਗਾ ਉੱਠੇ, ਤਬ ਖਾਲਸ ਤਾਹੇ ਨਿਖਾਲਸ ਜਾਣੇ। ਅਸਲੀ ਸ਼ੁੱਧ ਤੇ ਸ਼ੁੱਧ ਖਾਲਸਾ ਉਹਦੇ ਕਹਾਏਗਾ ਜਦੋਂ ਇਹਦੇ ਅੰਦਰ ਗਿਆਨ ਦੀ ਜੋਤ ਬਣੇਗੀ, ਨਾ ਕਿ ਪਖੰਡਾਂ ਦੀ ਜੋਤ ਹੋਏਗੀ। ਤਾਂ ਇੱਥੇ ਸਪਸ਼ਟ ਗੱਲ ਦੇ ਦਿੱਤੀ ਹੈ, ਹਦਾਇਤ ਕਰ ਦਿੱਤੀ ਹੈ ਵੀ ਸਾਨੂੰ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਹਾਂ, ਮੈਂ ਇੱਕ ਹੋਰ ਵੀ ਇੱਕ ਬੇਨਤੀ ਕਰਦਾ ਵੀ ਲੋਕ ਭਲਾਈ ਦੇ ਲਈ ਜੇ ਅਸੀਂ ਕਿਸੇ ਬਜ਼ੁਰਗ ਦੇ ਨਾਂ ਤੇ ਕੋਈ ਸਕੂਲ ਖੋਲ ਦਈਏ ਜਾਂ ਕੋਈ ਹਸਪਤਾਲ ਬਣਾ ਦਈਏ ਜਾਂ ਕੋਈ ਸਰਾਂ ਬਣਾ ਦਈਏ, ਉਹਦੀ ਕੋਈ ਮਨਾਹੀ ਨਹੀਂ ਹੈ, ਉਹਦੀ ਕੋਈ ਮਨਾਹੀ ਨਹੀਂ ਹੈ ਵੀ ਚਲੋ ਉੱਥੇ ਲੋਕ ਭਲਾਈ ਦਾ ਅਸੀਂ ਕੰਮ ਕਰ ਰਹੇ। ਪਰ ਕਿਸੇ ਸਪੈਸ਼ਲ ਥਾਂ ਨੂੰ ਪੂਜਾ ਕਰਾਉਣੀ ਇਹ ਗੁਰਮਤਿ ਨੇ ਮਨਾ ਕੀਤਾ ਹੈ। ਗੱਲ ਸਾਰੀ ਸਿੱਖ ਸਮਾਜ ਦੇ ਵਿੱਚ ਜਿਹੜੇ ਆ ਲੀਡਰਾਂ ਦੇ ਵਿਗੜਾ ਵਿਗਾੜ ਉਦੋਂ ਹੀ ਪਿਆ ਜਦੋਂ ਲੀਡਰਾਂ ਦੇ ਗੀਠੇ ਫੂਲ ਕੇ ਤੇ ਹੱਡੀਆਂ ਚੁੱਕ ਕੇ ਬਾਬਿਆਂ ਦੀਆਂ ਹੱਡੀਆਂ ਨੂੰ ਰੋੜਨ ਲਈ, ਉਹਨਾਂ ਦੀਆਂ ਜਿਉਂਦਾ ਦੇਹਾਂ ਨੂੰ ਰੋੜਨ ਲਈ ਭੰਬੋਰ ਸਾਹਿਬ ਲਿਜਾਇਆ ਜਾਂਦਾ, ਜਾਂ ਕਿਤੇ ਹੋਰ ਪਿੱਛੇ ਤੁਸੀਂ ਦੇਖਿਆ ਵੀ ਹੋਣਾ, ਇੱਕ ਬਾਬੇ ਦੀਆਂ ਹੱਡੀਆਂ ਰੋੜਨ ਲਈ, ਸਰੀਰ ਰੋੜਨ ਲਈ ਇੱਥੇ ਸਤਲੁਜ 'ਚ ਗਏ ਤੇ ਨਾਲ ਆਪ ਵੀ ਰੁੜ ਗਏ, ਕਿੰਨੇ ਹੀ ਮਰ ਗਏ ਵਿਚਾਰੇ। ਰਾਗੀ ਸਿੰਘ ਸੀ, ਕੀਰਤਨੀਆ ਸਿੰਘ, ਉਹ ਵੀ ਨਾਲ ਰੁੜ ਗਏ।
ਉਹ ਤਾਂ ਮਰ ਕੇ ਰੁੜਿਆ, ਜਿਉਂਦੇ ਰੁੜ ਗਏ, ਉਹਦੇ ਵਿੱਚ ਜਿਹੜੀ ਉਲਟ ਗਈ ਉਹਨਾਂ ਦੀ। ਇਹ ਹੈਰਾਨੀਜਨਕ ਗੱਲਾਂ ਨੇ। ਅਸੀਂ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਹੱਡੀਆਂ ਦੇ ਜਲੂਸ ਕੱਢਣੇ, ਭੋਲੇ ਭਾਲੇ ਸਿੱਖਾਂ ਤੋਂ ਹੱਡੀਆਂ ਨੂੰ ਮੱਥੇ ਟਿਕਾਉਣੇ, ਸ਼ਰਧਾ ਦੇ ਫੁੱਲ ਭੇਟ ਕਰਾਉਣੇ, ਇਹ ਗੁਰਮਤ ਮਾਰਗ ਤੋਂ ਭਟਕਾਉਣ ਵਾਲੀ ਗੱਲ ਹੈ। ਤੇ ਗੁਰਦੁਆਰੇ ਅੰਤਮ ਅਰਦਾਸ ਦੀ ਜਦੋਂ ਗੱਲ ਕੀਤੀ, ਅੰਤਮ ਅਰਦਾਸ ਵੇਲੇ ਕੀਰਤਨ ਤੇ ਕਥਾ ਦੀ ਗੱਲ ਹੈ। ਉੱਥੇ ਖੜੇ ਹੋ ਕੇ ਘੰਟਿਆਂ ਬੱਧੀ ਸ਼ਰਧਾਈਆਂ ਭੇਟ ਕਰਨੀਆਂ, ਇਹ ਗੁਰਮਤ ਦਾ ਅਸੂਲ ਨਹੀਂ ਹੈ, ਗੁਰਮਤ ਦੀ ਪ੍ਰਵਾਨਗੀ ਨਹੀਂ ਹੈ। ਗੁਰਮਤ ਵਿਚਾਰ ਹੋਣੇ ਚਾਹੀਦੇ ਹੈ, ਕਥਾ ਕੀਰਤਨ ਹੋਣਾ ਚਾਹੀਦਾ ਹੈ। ਜਿਹੜਾ ਟਾਈਮ ਸੰਗਤ ਨੂੰ ਦਿੱਤਾ ਉਹਦੀ ਪਾਬੰਦੀ ਹੋਣੀ ਚਾਹੀਦੀ ਹੈ। ਜਿਹੜਾ ਸੰਗਤ ਨੂੰ ਟਾਈਮ ਦਿੱਤਾ ਉਹਦੀ ਪਾਬੰਦੀ ਹੋਣੀ ਜ਼ਰੂਰੀ ਹੈ। ਇਹ ਨਹੀਂ ਹੈ ਵੀ ਅਸੀਂ 3 ਘੰਟੇ ਆਪਣਾ ਉੱਥੇ ਡੱਫਲੀ ਵਜਾਉਂਦੇ ਰਹੀਏ ਤੇ ਸਮਾਗਮ ਜਿਹੜਾ ਸੀ ਉਹਨੂੰ ਲੰਬਾ ਕਰ ਲਈਏ। ਬਿਲਕੁਲ ਨਹੀਂ। ਸਾਨੂੰ ਇਹ ਕਰਨ ਦਾ ਹੱਕ ਵੀ ਨਹੀਂ ਹੋਣਾ ਚਾਹੀਦਾ। ਸੰਗਤ ਦੇ ਟਾਈਮ ਦੀ ਕਦਰ ਵੀ ਸਾਨੂੰ ਸਿੱਖਣੀ ਚਾਹੀਦੀ। ਇਸ ਕਰਕੇ ਇਸ ਗੱਲ ਤੋਂ ਸਾਨੂੰ ਬਚਣ ਦੀ ਲੋੜ ਹੈ। ਅੱਗੇ ਲਾਸਟ ਇਹਦਾ ਜਿਹੜਾ ਸੰਸਕਾਰ ਹੈ, ਇਹਨਾਂ ਸੰਸਕਾਰਾਂ ਤੋਂ ਛੁੱਟ ਸਮੇਂ ਜੋ ਵੀ ਖੁਸ਼ੀ ਗਮੀ ਦਾ ਮੌਕਾ ਆ ਬਣੇ, ਇਸ ਤੋਂ ਪਹਿਲਾਂ ਅੱਧ ਮਾਰਗ ਦੀ ਮੈਂ ਬੇਨਤੀ ਕੀਤੀ ਸੀ ਕਿ ਅੱਧ 'ਚ ਜਾ ਕੇ ਉੱਥੇ ਰੱਖ ਕੇ ਇੱਕ ਭਾਂਡਾ ਜਿਹਾ ਭੰਨਿਆ ਜਾਂਦਾ ਸੀ। ਪਿੰਡਾਂ 'ਚ ਖਾਸ ਕਰਕੇ ਇਹ ਚੱਲਦਾ ਸੀ, ਅੱਧ ਮਾਰਗ ਕਰਨਾ, ਅੱਧੇ ਰਸਤੇ 'ਚ ਜਾ ਕੇ ਘੜਾ ਜਿਹਾ ਭੰਨਣਾ ਜਾਂ ਹੋਰ ਚੀਜ਼ ਭੰਨਣੀ, ਸਿਆਪਾ ਕਰਨਾ। ਸਿਆਪਾ ਦਾ ਮੈਂ ਪਹਿਲਾਂ ਆਪਾਂ ਵਿਚਾਰ ਕਰ ਸਕਦੇ। ਪੂੜੀ ਪਾ ਕੇ ਬਹਿਣਾ ਤੇ ਥੱਲੇ ਦਰੀਆਂ ਵਿਛਾ ਕੇ ਬੈਠੇ ਰਹੋ, ਦੀਵਾ ਬਾਲਣਾ, ਪਿੰਡ ਭਰਾਉਣੇ, ਕਿਰਿਆ ਕਰਨੀਆਂ, ਸ਼ਰਾਧ ਕਰਨੇ, ਬੁੱਢਾ ਮਰਨਾ, ਫੁੱਲ ਲਾ ਕੇ ਉਹਨੂੰ ਵੱਡਾ ਕਰਨਾ, ਉਹਦੇ ਉੱਤੇ ਜੋ ਅਰਥੀ ਨੂੰ ਸਜਾ ਕੇ ਜਿੰਨੇ ਦਾਦੇ ਤੇ ਪੋਤੇ ਪੋਤੀਆਂ ਤੇ ਪੜੋਤੇ ਪੋਤੀਆਂ ਉਹਨੂੰ ਚੌਰ ਕਰਦੇ, ਉਹਦੇ ਉੱਤੇ ਫੇਰਦੇ ਆ ਜਿਵੇਂ ਗੁਰੂ ਮਰ ਗਿਆ ਹੋਵੇ। ਭਲੇ ਦੱਸੋ ਵੀ ਗੱਲ ਸਹੀ ਕਰਨ ਵਾਲੀ? ਇਨਸਾਨ ਮੁਰਦਾ ਹੈ ਤੇ ਮੁਰਦੇ ਨੂੰ ਚੋਰ ਕਰਾ ਰਹੇ ਅਸੀਂ। ਉਹੀ ਚੋਰ ਅਸੀਂ ਚੁੱਕ ਕੇ ਗੁਰੂ ਸਾਹਿਬ ਤੇ ਕਰਨੀ ਆ ਬਾਅਦ 'ਚ। ਹਾਲਾਂਕਿ ਗੁਰੂ ਸਾਹਿਬ ਨੂੰ ਫਰਕ ਨਹੀਂ ਪੈਂਦਾ ਕਿ ਕਿੱਥੋਂ ਆਈ ਹੈ, ਵੀ ਮਰਦੇ ਦਵਾਈ ਚ ਕਿੱਥੋਂ ਆਈ ਹੈ, ਇਹਦੀ ਫਰਕ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਹੈ। ਪਰ ਸਾਨੂੰ ਤਾਂ ਇੰਨੀ ਸੋਝੀ ਹੋਣੀ ਚਾਹੀਦੀ ਵੀ ਅਸੀਂ ਬੁੱਢਾ ਕਰਨਾ ਕਰਦੇ ਹਾਂ, ਵੱਡਾ ਕਰਨਾ ਕਰਦੇ ਹਾਂ। ਜਿਹੜੀ ਉਮਰ ਮਾਲਕ ਨੇ ਦਿੱਤੀ ਉਹਨੇ ਭੋਗ ਕੇ ਛੀ ਚਲਾਣਾ ਕਰਨਾ। ਅੰਗੀਠੇ ਵਿੱਚੋਂ ਫੁੱਲ ਚੁੱਕ ਕੇ ਪਤਾਬ ਦੀ ਕਰਤਾਰਪੁਰ ਥਾਵਾਂ ਤੇ ਜਾ ਕੇ ਪਾਉਣੇ ਮਨਮਤ। ਇਹ ਸਪਸ਼ਟ ਜੀ ਗੱਲ ਸਾਡੇ ਸਾਹਮਣੇ ਜਿਹੜੀ ਰੱਖੀ ਗਈ ਹੈ। ਸਿਰਫ ਅਰਦਾਸ ਤੋਂ ਬਾਅਦ, ਸੰਗਤੀ ਅਰਦਾਸ ਤੋਂ ਬਾਅਦ ਕਿਸੇ ਹੋਰ ਕਿਰਿਆਕਰਮ ਦੀ ਜਾਂ ਪਖੰਡ ਦੀ ਕੋਈ ਹੋਰ ਲੋੜ ਨਹੀਂ। ਇਸ ਵਾਸਤੇ ਅਸੀਂ ਗੁਰਮਤ ਨੂੰ ਬਣਾਉਂਦੇ ਹੋਏ ਜੋ ਮਰਿਆਦਾ ਸਿੱਖ ਰਹਿਤ ਮਰਿਆਦਾ ਦੀ ਦੱਸੀ ਗਈ ਹੈ, ਜੋ ਸਿਧਾਂਤ ਸਾਨੂੰ ਗੁਰਬਾਣੀ ਨੇ ਦਿੱਤੇ ਹਨ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮ੍ਰਿਤਕ ਸੰਸਕਾਰ ਦਾ ਖਾਸ ਕਰਕੇ ਸਭ ਤੋਂ ਜ਼ਿਆਦਾ ਮਨਮਤ ਮ੍ਰਿਤਕ ਸੰਸਕਾਰ ਵੇਲੇ ਕੀਤੀ ਜਾਂਦੀ ਹੈ, ਕਿਉਂਕਿ ਉੱਥੇ ਕਬਜ਼ਾ ਉਹਨਾਂ ਲੋਕਾਂ ਦਾ ਹੈ ਜਿਹੜੇ ਸਾਨੂੰ ਭਰਮਾਂ ਮਹਿਮਾ ਤੇ ਪਖੰਡਾਂ ਵਿੱਚ ਪਾ ਕੇ ਆਪਣਾ ਹਲਵਾ ਮੰਡਾ ਚਲਾ ਰਹੇ ਹਨ। ਪਰ ਅਸੀਂ ਅਣਜਾਣ ਸਿੱਖੀ ਸਿਧਾਂਤਾਂ ਜੇ ਗੁਰਬਾਣੀ ਨਾਲ ਜੁੜੇ ਹੋਈਏ ਜਾਂ ਮਰਿਆਦਾ ਨਾਲ ਜੁੜੇ ਹੋਈਏ ਤੇ ਸ਼ਾਇਦ ਅਸੀਂ ਇਹਨਾਂ ਕਰਮ ਕਾਂਡਾਂ ਤੋਂ ਬਚ ਜਾਈਏ। ਤੇ ਅਸੀਂ ਕਰਮ ਕਾਂਡਾਂ ਤੋਂ ਬਚ ਕੇ ਆਪਣਾ ਲੋਕ ਸਹੇਲਾ ਕਰਨਾ ਨਾ। ਜਿਹੜਾ ਮਰਿਆ ਪ੍ਰਾਣੀ ਉਹ ਤਾਂ ਚਲਾ ਗਿਆ, ਜੋ ਉਹਨੇ ਕਰਨਾ ਸੀ ਆਪਣਾ ਕਰ ਲਿਆ। ਜੇ ਅਸੀਂ ਕਰਮ ਕਾਂਡ ਕਰਾਂਗੇ ਤੇ ਅਸੀਂ ਵੀ ਉਸੇ ਭਾਗੀਦਾਰ ਬਣਾਂਗੇ, ਜਿਹੜੀ ਸਜ਼ਾ ਦੇ ਭਾਗੀਦਾਰ ਉਹ ਬਣੇ ਹਨ ਜਿਹੜੇ ਪਹਿਲਾਂ ਕਰਮ ਕਾਂਡ ਕਰਦੇ ਰਹੇ। ਗੁਰੂ ਕਿਰਪਾ ਕਰੇ ਅਸੀਂ ਇਸ ਤੋਂ ਬਾਹਰ ਨਿਕਲੀਏ ਔਰ ਗੁਰਮਤਿ ਦੇ ਅਨੁਸਾਰ ਆਪਣਾ ਸਤਿਗੁਰ ਕੇ ਭਾਣੇ ਚੱਲ ਕੇ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਜਾਂ ਗੁਰ ਕਿਹਾ ਸੋ ਕਾਰ ਕਮਾਏ ਜੀ, ਉਹਦੀ ਗੱਲ ਤੇ ਅਸੀਂ ਪਹਿਰਾ ਦਈਏ, ਆਪਣਾ ਲੋਕ ਪਰਲੋਕ ਸਵਾਰ ਸਕੀਏ ਜੀ। ਨੀਆਂ ਭੁੱਲਾਂ ਚੁੱਕਾਂ ਦੀ ਖਿਮਾ, ਕਾਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।